सतनाम वाहिगुरु साहिब जी। जब हम होते तब तू नाही, अब तू ही मैं नाही। अनल अगम जैसे लहर मयोधद, जल केवल जल माही। माधवे क्या कहिए प्रम ऐसा, जैसा मानिए होए ना तैसा। बिन सतगुर सेवे बहुता दुख लागा, जुग चारे परमाई। हम दीन तुम जुग जुग दाते, सब दे देह बुझाई। हर दियो कृपा करो तुम प्यारे, सतगुर दाता मेल मिलावो। हर नाम देवो आधारे, बेसुमार अथाह अगनत तोलै। जो बुलावो त्यो नानक दास बोले। सतनाम वाहिगुरु साहिब जी। कृपा करंत गोबिंद गोपाल, सगल अंग रोग खंडन। कृपा करंत गोबिंद गोपाल, सगल अंग रोग खंडन। साध संगेण गुण रमत, नानक शरण पूरन परमेश्वर। साध संगेण गुण रमत, नानक शरण पूरन परमेश्वर। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज, दया निध कृपा निध करुणा निध गुण निध सतगुरु श्री गुरु ग्रंथ साहिब जी दीन दयाल पातशाह, तिन्हां दी अपार मेहरामत है, दया बख्शिश दा सदका है जो सतगुरु साहिब जी ने सानू सब नू सतसंगत रूप विच जुड़ बैठ के अपनी पावन पवित्र हजूरी दे विच अमृतमई बाणी दे कीर्तन नू श्रवण करके, पावन बाणी दी गुरमत विचार नू श्रवण करके अपने जीवन नू गुरु ज्ञान के तहत रचनाउण दा बल अवसर प्रदान बख्शिश करके नवाजिश की है जी। सतगुरु साहिब जी बाणी के अंतर्गत भगत रसना द्वारा बख्शिश करते हैं।
माधवे क्या कहिए भ्रम ऐसा, जैसा मानिए होए ना तैसा। ਜਦੋਂ ਤੱਕ ਮਨੁੱਖ ਦੇ ਆਪਣੇ ਮੈਂ ਹੋਣ ਦੀ, ਆਪਣੇ ਆਪ ਦੇ ਹੋਣ ਦਾ ਖਿਆਲ ਹਉਮੈ ਦੇ ਤਹਿਤ ਬਣਿਆ ਰਹਿੰਦਾ ਹੈ, ਤਾਂ ਭਗਤ ਰਵਿਦਾਸ ਜੀ ਬਖਸ਼ਿਸ਼ ਕਰਦੇ ਉਦੋਂ ਤੱਕ ਜਿਹੜੀ ਪਰਮੇਸ਼ਰ ਦੀ ਕਿਰਪਾ ਹੈ ਉਹਦਾ ਆਲਮ ਸਮੁੱਚੇ ਰੂਪ ਦੇ ਵਿੱਚ ਨਹੀਂ ਵਰਸਦਾ ਹੈ। ਉਹਦੇ ਵਿੱਚ ਜਿਹੜੀ ਬਖਸ਼ਿਸ਼ ਵੀ ਹੋ ਰਹੀ ਹੁੰਦੀ ਹੈ ਉਹਨੂੰ ਵੀ ਮਨੁੱਖ ਆਪਣੀ ਮੈਂ ਹਉਮੈ ਤਹਿਤ ਪ੍ਰਵਿਰਤ ਕਰ ਲੈਂਦਾ ਹੈ ਅਤੇ ਸਮਝਦਾ ਹੈ ਕਿ ਸ਼ਾਇਦ ਮੇਰੇ ਖੁਦ ਦਾ ਯਤਨ ਹੈ। ਤਾਂ ਇਸੇ ਪ੍ਰਕਾਰ ਭਗਤ ਰਵਿਦਾਸ ਜੀ ਕਹਿੰਦੇ ਮਾਧਵੇ ਕਿਆ ਕਹੀਐ ਭ੍ਰਮ ਐਸਾ, ਕਿੱਡਾ ਵੱਡਾ ਭਰਮ ਹੈ। ਤੇਰੇ ਤੋਂ ਉਪਜੇ ਹਾਂ, ਤੇਰੇ ਹੁਕਮ ਅਧੀਨ ਹੀ ਸਾਡੇ ਜੀਵਨ ਦੀ ਸਾਰੀ ਕਿਰਿਆ ਹੈ। ਤੇਰੇ ਤੋਂ ਉਪਜੇ ਹਾਂ, ਤੇਰੇ ਵਿੱਚ ਸਮਾਵਾਂਗੇ। ਪਰ ਐਡਾ ਵੱਡਾ ਭਰਮ ਹੈ ਕਿ ਤੇਰੇ ਤੋਂ ਉਪਜਣ ਤੋਂ ਬਾਅਦ ਤੇਰੇ 'ਤੇ ਆਧਾਰਿਤ ਸਾਡੀ ਹਸਤੀ ਹੈ, ਪਰ ਫਿਰ ਵੀ ਅਸੀਂ ਆਪਣੀ ਹਸਤੀ ਨੂੰ ਮੈਂ ਤਹਿਤ ਵੱਖਰੀ ਮੰਨ ਰਹੇ ਹਾਂ। ਜਦੋਂ ਜਦੋਂ ਵੱਖਰੀ ਮੰਨਦੇ ਹਾਂ ਉਦੋਂ ਉਦੋਂ ਤੇਰੇ ਕਿਰਪਾਮਈ ਸਰੂਪ ਤੋਂ, ਤੇਰੇ ਬਖਸ਼ਿਸ਼ ਭਰੇ ਆਲਮ ਤੋਂ ਦੂਰ ਚਲੇ ਜਾਂਦੇ ਹਾਂ। ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਭਗਤ ਰਸਨਾ ਦੁਆਰਾ ਬਖਸ਼ਿਸ਼ ਕਰਦੇ ਕਿ ਜਿਤਨਾ ਜਿਤਨਾ ਚਿਰ ਜੀਵ ਦੀ ਸਮੁੱਚੀ ਮੈਂ ਦਗਦ ਨਹੀਂ ਹੋ ਜਾਂਦੀ ਅਤੇ ਉਹ ਆਪਣੀ ਸਾਧਨਾ ਨੂੰ ਤੂੰ ਤੇਰਾ ਦਾ ਰੂਪ ਨਹੀਂ ਬਣਾ ਲੈਂਦਾ, ਉਹਨਾਂ ਚਿਰ ਉਹ ਪਰਮੇਸ਼ਰ ਦੀ ਕਿਰਪਾਮਈ ਨਦਰ ਦਾ ਪਾਤਰ ਨਹੀਂ ਬਣ ਸਕਦਾ। ਇਸ ਕਰਕੇ ਸਤਸੰਗੀ ਮਨੁੱਖਾਂ ਦਾ ਇੱਕ ਸੁਚੇਤ ਯਤਨ ਹੋਣਾ ਚਾਹੀਦਾ ਹੈ ਕਿ ਜੋ ਕੁਝ ਵੀ ਹੋਵੇ, ਜਿਹੜਾ ਵੀ ਯਤਨ ਹੈ ਸੇਵਾ ਕਰਕੇ, ਸਿਮਰਨ ਕਰਕੇ, ਸਾਧਨਾ ਕਰਕੇ ਸਾਰੇ ਨੂੰ ਉਸ ਪਰਮੇਸ਼ਰ ਦੀ ਬਖਸ਼ਿਸ਼ ਜਾਣ ਕੇ ਜਾਣਿਆ ਜਾਵੇ। ਤਾਂ ਇਸੇ ਪ੍ਰਕਾਰ ਹੋਏਗਾ ਕਿ ਫਿਰ ਉਸ ਯਤਨ ਦੀ ਮੈਂ ਬਚੇਗੀ ਨਹੀਂ ਅਤੇ ਸਾਰਾ ਯਤਨ ਜਿਹੜਾ ਕੀਤਾ ਹੈ ਉਹ ਬਖਸ਼ਿਸ਼ ਭਰਿਆ ਕਿਰਪਾ ਰੂਪ ਲੱਗੇਗਾ ਅਤੇ ਜੀਵ ਪੂਰੀ ਤਰ੍ਹਾਂ ਅਕਾਲ ਪੁਰਖ ਦੇ ਪਰਮ ਸਰੂਪ ਦੇ ਵਿੱਚ ਅਭੇਦ ਹੋ ਜਾਵੇਗਾ। ਸਤਿਗੁਰੂ ਕਿਰਪਾ ਕਰਨ ਐਸੇ ਭਾਵ, ਐਸੇ ਨੁਕਤੇ ਸਾਡੇ ਸਾਰਿਆਂ ਦੀ ਬੁੱਧੀ ਅੰਦਰ ਸਜਗ ਰਹਿਣ। ਲੜੀਵਾਰ ਗੁਰ ਸ਼ਬਦ ਵਿਚਾਰ ਨਾਲ ਪਾਵਨ ਬਾਣੀ ਦੀ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੇ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੰਤ ਗੋਬਿੰਦ ਗੋਪਾਲ, ਸਗਲਿਆਂ ਰੋਗ ਖੰਡਨਹ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਤਿਨਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਬਾਣੀ ਸ਼ਲੋਕ ਸੰਸਕ੍ਰਿਤੀ ਦੀ ਲੜੀਵਾਰ ਬਾਣੀ ਦੀ ਆਪ ਜੀ ਵਿਆਖਿਆ ਸ਼ਰਵਣ ਕਰ ਰਹੇ ਹੋ। ਜੇ ਅਸੀਂ ਯਤਨ ਬਖਸ਼ਿਸ਼ ਰੂਪ ਦੀ ਗੱਲ ਦਾ ਆਰੰਭ ਕੀਤਾ ਸੀ ਤਾਂ ਕਿੱਡਾ ਵੱਡਾ ਸਤਿਗੁਰੂ ਕਾ ਸਾਡੇ ਜੀਵਨ ਉੱਪਰ ਐਡਾ ਵੱਡਾ ਤਰਸ ਹੈ ਕਿ 14ਵੀਂ ਸਦੀ ਤੋਂ 15ਵੀਂ ਸਦੀ ਤੋਂ ਪਹਿਲਾਂ ਦਾ ਜਿਹੜਾ ਸਮਾਜ ਸੀ, ਸ਼ੂਦਰ ਵਰਨ ਦੇ ਲੋਕ, ਵੈਸ਼ ਵਰਨ ਦੇ ਲੋਕ, ਇੱਥੋਂ ਤੱਕ ਕਿ ਖੱਤਰੀ ਵਰਨ ਦੇ ਲੋਕ ਵੀ ਧਰਮ ਗ੍ਰੰਥਾਂ ਦੀ ਤਾਬਿਆ ਨਹੀਂ ਸੀ ਬੈਠ ਸਕਦੇ। ਧਰਮ ਗ੍ਰੰਥਾਂ ਦੀ ਵਿੱਚ ਜੋ ਉਪਦੇਸ਼ ਲਿਖੇ ਨੇ ਉਹਨਾਂ ਦੀ ਵਿਚਾਰ ਨਹੀਂ ਕਰ ਸਕਦੇ। ਜਿਹੜੇ ਕੋਈ ਪਰਮੇਸ਼ਵਰੀ ਪੂਜਾ ਦੇ ਵਿਧਾਨ ਸਨ ਉਹਨਾਂ ਨੂੰ ਕਿਰਿਆ ਰੂਪ ਦੇ ਵਿੱਚ ਉਹਨਾਂ ਦਾ ਪ੍ਰਯੋਗ ਨਹੀਂ ਸੀ ਕਰ ਸਕਦੇ। ਪਰ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਸਰੂਪ ਦੀ ਇਸ ਸ੍ਰਿਸ਼ਟੀ ਦੇ ਉੱਪਰ ਐਸੀ ਮਿਹਰ ਭਰੀ, ਕਿਰਪਾ ਭਰੀ ਨਦਰ ਹੋਈ ਕਿ ਉਹ ਵਰਣ ਦੇ ਲੋਕ ਜਿਨ੍ਹਾਂ ਨੂੰ ਗਿਆਨ ਦਾ ਇੱਕ ਅੱਖਰ ਤੱਕ ਨਹੀਂ ਸੀ ਪਤਾ, ਗਿਆਨ ਦੀ ਚਰਚਾ ਤਾਂ ਬਹੁਤ ਦੂਰ ਦੀ ਗੱਲ ਸੀ। ਧੰਨ ਸਤਿਗੁਰੂ ਸਾਹਿਬ ਜੀ ਨੇ ਕਿਣਕਿਆਂ ਦੀ ਨਿਆਈ ਸਾਡੇ ਵਰਗੇ ਜੀਵਾਂ ਨੂੰ ਸਾਜ ਨਿਵਾਜ ਕੇ ਗਿਆਨ ਦੇ ਉਪਦੇਸ਼ ਦਾ ਤੱਤ ਰੂਪ ਅਨੁਭਵ ਸਾਡੇ ਹਿਰਦੇ 'ਚ ਵਸਾਇਆ। ਸਾਡੀ ਜ਼ੁਬਾਨ, ਸਾਡੀ ਬੁੱਧ, ਸਾਡੀ ਸੁਰਤ ਨੂੰ ਇੰਨਾ ਬਲ ਬਖਸ਼ਿਆ ਕਿ ਅਸੀਂ ਗਿਆਨ ਦੇ ਉਪਦੇਸ਼ਾਂ ਨੂੰ, ਗੁਰੂ ਕੇ ਜੀਵਨ ਦੀ ਮਹਿਮਾ ਨੂੰ, ਗੁਰਬਾਣੀ ਦੇ ਤੱਤ ਉਪਦੇਸ਼ਾਂ ਨੂੰ ਵਿਚਾਰਨ ਦੇ, ਸਮਝਣ ਦੇ ਅਤੇ ਆਪਣੇ ਕਰਮ ਵਿੱਚ ਪ੍ਰਵਿਰਤ ਕਰਨ ਦੇ ਯੋਗ ਹੋਏ। ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਮਹਾ ਕਿਰਪਾ ਹੈ ਜੋ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਐਸਾ ਅਨੁਭਵ ਪ੍ਰਾਪਤ ਹੈ, ਐਸਾ ਕਰਮ ਪ੍ਰਾਪਤ ਹੈ ਕਿ ਅਸੀਂ ਸਤਿਗੁਰੂ ਕੀ ਬਾਣੀ ਦੀ ਲੜੀਵਾਰ ਵਿਆਖਿਆ ਨਾਲ ਜੁੜ ਕੇ ਸਤਿਗੁਰੂ ਕੀ ਕਿਰਪਾ ਨੂੰ ਮੰਨਣ ਦਾ
ਯਤਨ ਕਰ ਰਹੇ ਹਾਂ। ਲੜੀਵਾਰ ਬਾਣੀ ਦੇ ਵਿਆਖਿਆ ਦੇ ਅੰਤਰਗਤ ਕੱਲ੍ਹ ਵਾਲੇ ਸ਼ਲੋਕ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਜਿੰਨਾ ਚਿਰ ਮਨੁੱਖ ਸੰਸਾਰ ਦੀ ਵਾਸਤਵਿਕਤਾ ਤੋਂ ਜਾਣੂ ਨਹੀਂ ਹੁੰਦਾ, ਉਹਨਾਂ ਚਿਰ ਉਹ ਸੰਸਾਰ ਦੇ ਨਾਲ ਚੰਗੀ ਤਰ੍ਹਾਂ ਵਿਵਹਾਰ ਨਹੀਂ ਕਰ ਸਕਦਾ। ਜਿਵੇਂ ਕਰੰਸੀ ਦੇ ਪੱਧਰ ਦੀ ਗੱਲ ਕਰ ਲਈ ਜਾਵੇ, ਸਾਨੂੰ ਹਰੇਕ ਮਨੁੱਖ ਨੂੰ ਨਕਲੀ ਅਤੇ ਅਸਲੀ ਕਰੰਸੀ ਦੀ ਪਛਾਣ ਹੈ। ਉਹਦੇ ਕੁਝ ਢੰਗ ਨੇ। ਲੈਣ ਦੇਣ ਵੇਲੇ ਹਰ ਮਨੁੱਖ ਪੂਰਨ ਸਾਵਧਾਨੀ ਰੱਖਦਾ ਹੈ ਕਿਤੇ ਨਕਲੀ ਨੋਟ ਲੈਣ ਵਾਲੀ ਰਾਸ਼ੀ ਦੇ ਵਿੱਚ ਨਾ ਆ ਜਾਵੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਕਿ ਜਦੋਂ ਸੰਸਾਰ ਤੌਰ 'ਤੇ ਇਹਦੀ ਪਛਾਣ ਹੈ, ਤਾਂ ਫਿਰ ਜਦੋਂ ਸੰਸਾਰ ਦੇ ਨਾਲ ਵਿਵਹਾਰ ਕਰਨਾ ਹੈ, ਜਿਹੜੇ ਸੰਬੰਧ ਨਿਰਮਿਤ ਹੋਣੇ ਨੇ, ਜਿਸ ਕਰਕੇ ਸੰਸਾਰ ਦੀ ਸਾਰੀ ਕਾਰਜਸ਼ੀਲਤਾ ਨੂੰ, ਕਿਰਿਆਸ਼ੀਲਤਾ ਨੂੰ ਨਿਭਾਉਣਾ ਹੈ, ਅਗਰ ਉਹਦੀ ਵਾਸਤਵਿਕਤਾ ਦਾ ਬੋਧ ਨਾ ਹੋਇਆ ਤਾਂ ਤੇਰਾ ਯਤਨ ਅਕਹਿਰਾ ਰਹਿ ਜਾਏਗਾ ਅਤੇ ਉਸ ਯਤਨ ਦੇ ਕਰਕੇ ਜੀਵਨ ਦੇ ਵਿੱਚ ਰੱਬੀ ਕਿਰਪਾ ਤੋਂ ਮਨੁੱਖ ਵਿਹੂਣਾ ਰਹਿ ਜਾਏਗਾ। ਅਤੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਕੱਲ੍ਹ ਵਾਲੇ ਸ਼ਲੋਕ ਵਿੱਚ ਬਖਸ਼ਿਸ਼ ਕੀਤੀ ਸੀ, ਭਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਣ ਉਦਾਹਰਣ ਕਿਰਪਾ, ਕਿ ਜੇ ਸੰਸਾਰ ਦੀ ਵਾਸਤਵਿਕਤਾ ਤੋਂ ਜਾਣੂ ਹੈ, ਹੋਣਾ ਹੈ, ਅਤੇ ਰੋਜ਼ਾਨਾ ਸਤਸੰਗਤ ਦੇ ਵਿੱਚ ਜੁੜ ਕੇ ਕਰਮ ਕਰਨ ਦਾ ਯਤਨ ਕਰੋ। ਇਸੇ ਤਹਿਤ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਿਰਪਾ ਕਰੰਤ ਗੋਬਿੰਦ ਗੋਪਾਲ ਸਗਲਿਅੰ ਰੋਗ ਖੰਡਣ। ਹੁਣ ਅਸੀਂ ਆਮ ਕਰਕੇ ਕਿਰਪਾ ਸ਼ਬਦ ਬੜੇ ਅਰਥਾਂ ਦੇ ਵਿੱਚ ਵਰਤਦੇ ਹਾਂ। ਸਾਡੀ ਇੱਕ ਭਾਵਨਾ ਦਾ ਵੀ ਇੱਕ ਐਸਾ ਸਿਲਸਿਲਾ ਹੈ ਕਿ ਸਾਨੂੰ ਜੀਵਨ 'ਚ ਸਫਲਤਾ ਪ੍ਰਾਪਤ ਹੋਵੇ, ਜੀਵਨ ਦੇ ਵਿੱਚ ਸਾਡੀ ਬੰਦਗੀ ਦਾ ਕਰਮ ਬਣੇ, ਕੋਈ ਪ੍ਰਸਿੱਧੀ ਮਾਣਨ ਨੂੰ ਮਿਲੇ, ਕੋਈ ਪ੍ਰਤਿਭਾ ਦੀ ਦਾਤ ਮਿਲੇ, ਤਾਂ ਅਸੀਂ ਇਸ ਸਭ ਨੂੰ ਕਿਰਪਾ ਦੇ ਨਾਲ ਸੰਬੋਧਿਤ ਕਰਦੇ ਹਾਂ। ਪਰ ਇਹਦੇ ਅੰਦਰਲੇ ਜਿਹੜੇ ਪਰਮੇਸ਼ਵਰੀ ਹੁਕਮ ਦੀਆਂ ਰਮਜ਼ਾਂ ਹਨ, ਕਈ ਵਾਰ ਉਹਨਾਂ ਨੂੰ ਬੁੱਝਣ ਤੋਂ ਅਸਮਰੱਥ ਰਹਿ ਜਾਂਦੇ ਹਾਂ, ਜਾਂ ਸਾਡਾ ਯਤਨ ਇਤਨਾ ਗਹਿਰਾਈ ਤੱਕ ਨਹੀਂ ਜਾਂਦਾ। ਕਿਰਪਾ ਦਾ ਪਹਿਲਾ ਪੱਧਰ ਕੀ ਹੈ? ਕਿਰਪਾ ਦਾ ਪਹਿਲਾ ਪੱਧਰ ਹੈ, ਦੋ ਸ਼ਬਦਾਂ ਤੋਂ ਬਣਿਆ। ਕ੍ਰੀ ਧਾਤੂ ਹੈ ਸ਼ੁੱਧ ਦੇ ਵਿੱਚ, ਸ਼ੁਰੂ ਦੇ ਵਿੱਚ, ਭਾਵ ਕਿ ਸਾਡੇ ਮਨੁੱਖ ਹੋਣ ਦੀ ਸਭ ਤੋਂ ਪਹਿਲੀ ਜਿਹੜੀ ਅਵਸਥਾ ਹੈ ਕਿ ਅਸੀਂ ਕਿਰਿਆਸ਼ੀਲ ਹਾਂ, ਕੋਈ ਯਤਨ ਕਰ ਸਕਦੇ ਹਾਂ। ਹੁਣ ਕੋਈ ਯਤਨ ਕਰ ਸਕਣ ਦੀ ਜਿਹੜੀ ਸਾਡੀ ਸਮਰੱਥਾ ਹੈ, ਇਹ ਕਿਰਪਾ ਦਾ ਪਹਿਲਾ ਰੂਪ ਹੈ। ਕਿਰਪਾ ਦਾ ਪਹਿਲਾ ਰੂਪ ਭਾਵ ਕਿ ਅਸੀਂ ਕੋਈ ਕਾਰਜ ਕਰ ਸਕਦੇ ਹਾਂ, ਕੋਈ ਕਾਰਜ ਕਰਨ ਦੀ ਸਾਡੇ ਅੰਦਰ ਸਮਰੱਥਾ ਹੈ, ਇਹ ਕਿਰਪਾ ਦਾ ਪਹਿਲਾ ਰੂਪ ਹੈ। ਇਸ ਕਰਕੇ ਇਸ ਪੱਧਰ 'ਤੇ ਜਦੋਂ ਸਮਝ ਲੈਣਾ ਕਿ ਮੇਰੇ ਅੰਦਰ ਕੋਈ ਸਮਰੱਥਾ ਹੈ ਕਿਸੇ ਕਾਰਜ ਨੂੰ ਕਰਨ ਦੀ, ਤਾਂ ਇਹ ਕਿਰਪਾ ਦਾ ਪਹਿਲਾ ਸਰੂਪ ਹੈ। ਹੁਣ ਜਦੋਂ ਅਸੀਂ ਇਸ ਸਮਰੱਥਾ ਨੂੰ ਧਾਰਨ ਕਰ ਲੈਂਦੇ ਹਾਂ, ਤਾਂ ਇੰਨੀ ਸਮਰੱਥਾ ਦੇ ਨਾਲ ਕੀ ਹੁੰਦਾ ਹੈ ਕਿ ਸਾਡੇ ਲਈ ਬ੍ਰਹਿਮੰਡ ਦੇ ਸਾਰੇ ਕਿਰਪਾਮਈ ਦੁਆਰ ਖੁੱਲ੍ਹ ਜਾਂਦੇ ਨੇ। ਪਰ ਉਹਨਾਂ ਕਿਰਪਾਮਈ ਦੁਆਰਾਂ ਨੂੰ ਖੋਲ੍ਹਣ ਦੇ ਲਈ ਇੱਕ ਸਾਡਾ ਯਤਨ ਦਰਕਾਰ ਹੁੰਦਾ। ਕਿਉਂ ਉਹ ਵੀ ਯਤਨ ਕਿਉਂ ਦਰਕਾਰ ਹੁੰਦਾ ਹੈ? ਕਿਉਂਕਿ ਸਾਡੇ ਅੰਦਰ ਪਰਮੇਸ਼ਰ ਨੇ ਉਹ ਸਮਰੱਥਾ, ਉਹ ਬਲ, ਸਾਰਾ ਕੁਝ ਪੈਦਾ ਕੀਤਾ ਜਿਹਦੇ ਨਾਲ ਅਸੀਂ ਆਪਣੇ ਜੀਵਨ ਦਾ ਕੋਈ ਯਤਨ ਕਰ ਸਕਦੇ ਹਾਂ। ਉਦਾਹਰਨ ਦੇ ਤੌਰ 'ਤੇ ਸਾਨੂੰ ਸਰੀਰ ਦੇ ਅੰਦਰ ਪਿਆਸ ਵਿਆਪਤ ਹੁੰਦੀ ਹੈ, ਪਿਆਸ ਦੀ ਅਗਨ ਉਪਜਦੀ ਹੈ। ਹੁਣ ਮਨੁੱਖ ਕਹੀ ਜਾਵੇ ਕਿ ਕਿਰਪਾਮਈ ਸਰੂਪ ਹੈ ਜੀ, ਹੁਣ ਕਿਰਪਾਮਈ ਸਰੂਪ ਕਰਕੇ ਇਸ ਗੱਲ ਨੂੰ ਕਹੇ ਜੀ ਮੈਨੂੰ ਪਿਆਸ ਲੱਗੀ ਹੈ, ਤਾਂ ਹੁਣ ਜਿਹੜਾ ਜਲ ਹੈ ਕਿਤੇ ਆਪਣੇ ਆਪ ਚੱਲ ਕੇ ਆਵੇ ਅਤੇ ਮੇਰੇ ਮੁੱਖ ਦੇ ਵਿੱਚ ਪੈ ਜਾਏ, ਤਾਂ ਮੈਂ ਤਾਂ ਕਿਰਪਾਮਈ ਸਰੂਪ ਨੂੰ ਸਮਝਾਂ। ਹੁਣ ਇਹ ਹੋ ਤਾਂ ਇੰਝ ਵੀ ਸਕਦਾ ਹੈ ਕਿ ਕੋਈ ਜਲ ਦਾ ਸਰੋਤ ਉਹਦੇ ਪਾਸ ਚੱਲ ਕੇ ਆ ਜਾਏ, ਵਰਖਾ ਦੇ ਰੂਪ ਵਿੱਚ ਕੋਈ ਜਲ ਪਿਆਉਣ ਵਾਲਾ ਆ ਜਾਵੇ, ਹੋ ਤਾਂ ਐਵੇਂ ਵੀ ਸਕਦਾ ਹੈ। ਪਰ ਉਹਦੀ ਕਿਰਪਾਮਈ ਹੋਣ ਦਾ ਜਿਹੜਾ ਉਹਨੂੰ ਖੁਦ ਨੂੰ ਇੱਕ ਕਿਰਪਾ ਦਾ ਆਲਮ ਮਿਲਿਆ ਹੋਇਆ ਹੈ, ਉਹਦਾ ਪੂਰਾ ਪਾਲਣ ਨਹੀਂ ਕਰ ਰਿਹਾ। ਤਾਂ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਕਿਰਪਾ ਕਰੰਤ ਗੋਬਿੰਦ ਗੋਪਾਲ ਹੈ। ਇਸ ਕਰਕੇ ਸਾਰੇ ਸੰਸਾਰ ਦਾ ਆਲਮ ਸਾਡੇ ਲਈ ਖੁੱਲ੍ਹਾ। ਜਿਵੇਂ ਸ਼ਾਇਦ ਆਪ ਜੀ ਨੇ ਆਪਣੀ ਵਿੱਦਿਆ ਦੇ ਦੌਰਾਨ ਇੱਕ ਵਾਕ ਸੁਣਿਆ ਹੋਵੇ ਕਿ ਅਕਾਲ ਪੁਰਖ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਖੁਦ ਆਪ ਕਰਦੇ ਹਨ। ਆਪਣੀ ਮਦਦ ਕਰਨ ਦਾ ਭਾਵ ਕੀ ਹੈ ਕਿ ਉਹਨੇ ਤੈਨੂੰ ਬਹੁਤ ਸਾਰੀ ਸਮਰੱਥਾ ਪਹਿਲਾਂ ਦੇ ਦਿੱਤੀ ਹੈ, ਹੁਣ ਉਸ ਸਮਰੱਥਾ ਤੋਂ ਬਾਅਦ ਜਿੰਨਾ ਕੁਝ ਤੂੰ ਪ੍ਰਾਪਤ ਕਰਨਾ ਹੈ ਉਸੇ ਸਮਰੱਥਾ ਦੇ ਤਹਿਤ ਪ੍ਰਾਪਤ ਕਰ ਸਕਦਾ, ਅਤੇ ਇਹ ਕਿਰਪਾ ਦਾ ਪਹਿਲਾ ਸਰੂਪ ਹੁੰਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਿਰਪਾ ਕਰੰਤ ਗੋਬਿੰਦ ਗੋਪਾਲਹ। ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਉਦੋਂ ਅਸੀਂ ਬਣਦੇ ਹਾਂ
ਜਦੋਂ ਗੁਰੂ ਸਾਹਿਬ ਜੀ ਕਹਿੰਦੇ ਗੋਬਿੰਦ ਗੋਪਾਲ ਪਰਮੇਸ਼ਰ ਕਿਰਪਾ ਕਰ ਦੇਵੇ ਸਗਲਿਆਂ ਰੋਗ ਖੰਡਣ ਹੈ, ਜਿਹੜੇ ਸਾਰੇ ਪੱਧਰ ਦੇ ਰੋਗ ਵਿਆਪਤ ਹੁੰਦੇ ਹਨ, ਮਾਨਸਿਕ ਪੱਧਰ 'ਤੇ ਸਰੀਰਕ ਪੱਧਰ 'ਤੇ ਸਾਰੇ ਮਿਟ ਜਾਂਦੇ ਹਨ। ਕਿਸ ਪ੍ਰਕਾਰ ਇਹ ਰੋਗ ਮਿਟਦੇ ਨੇ? ਆਮ ਕਰਕੇ ਸੰਸਾਰ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਗੁਰੂ ਸਾਹਿਬਾਨਾਂ ਨੇ ਦੁੱਖ ਪ੍ਰਗਟ ਕੀਤਾ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ। ਸੰਸਾਰ ਦੀ ਬੜੀ ਜਲਦੀ ਸੋਝੀ ਆ ਜਾਂਦੀ ਹੈ ਮਨੁੱਖ ਨੂੰ, ਸੰਸਾਰ ਦੇ ਸੰਬੰਧਾਂ ਦੀ ਮਹੱਤਤਾ ਵੀ ਬੜੀ ਜਲਦੀ ਪਤਾ ਲੱਗ ਜਾਂਦੀ ਹੈ, ਪਦਾਰਥਾਂ ਦੇ ਰਸਾਂ ਦਾ ਵੀ ਬੜੀ ਜਲਦੀ ਬੋਧ ਹੋ ਜਾਂਦਾ ਹੈ, ਵਿਸ਼ਿਆਂ ਵਿਕਾਰਾਂ ਦੇ ਨਾਲ ਵੀ ਬੜੀ ਜਲਦੀ ਮਨੁੱਖ ਦੀ ਸਾਂਝ ਬਣ ਜਾਂਦੀ ਹੈ। ਪਰ ਇੱਕੋ ਗੱਲ ਕਿ ਜਿਹੜਾ ਇਸ ਸਾਰਾ ਕੁਝ ਦਾ ਤਾਰ ਇਸ ਪ੍ਰਪੰਚ ਨੂੰ ਰਚਣ ਵਾਲਾ, ਉਹਦੀ ਸੋਝੀ ਬੜੀ ਮੁਸ਼ਕਿਲ ਮਨੁੱਖ ਨੂੰ ਆਉਂਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਿਰਪਾ ਕਰੰਤ ਗੋਬਿੰਦ ਗੋਪਾਲਹ, ਕਿ ਅਕਾਲ ਪੁਰਖ ਪਰਮੇਸ਼ਵਰ ਕਿਰਪਾ ਦਾ ਜਦ ਆਲਮ ਵਰਤਾਉਂਦਾ ਤੇ ਸਗਲੇ ਰੋਗਾਂ ਦਾ ਨਾਸ਼ ਹੋ ਜਾਂਦਾ ਹੈ। ਤਾਂ ਗੁਰਬਾਣੀ 'ਚ ਦੁੱਖ ਦਾ ਜ਼ਿਕਰ ਹੈ ਕਿ ਮਾਲਕ ਤੇਰੇ ਤੋਂ ਵਿਛੜੇ ਹੋਣ ਦਾ ਜਿਹੜਾ ਖਿਆਲ ਹੈ, ਇਹੀ ਸਭ ਤੋਂ ਵੱਡਾ ਦੁੱਖ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਨੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇਤ ਦੁੱਖ ਰੋਗ ਲੱਗੈ ਤਨ ਧਾਏ ਵੈਦ ਨਾ ਭੋਲੇ ਦਾਰੂ ਲਾਏ, ਕਿ ਸੰਸਾਰ ਦੇ ਮਨੁੱਖਾਂ ਨੇ ਬੜੇ ਬੜੇ ਵੱਡੇ ਰੋਗ ਮੰਨੇ ਨੇ, ਪਰ ਗੁਰੂ ਸਾਹਿਬ ਜੀ ਕਹਿੰਦੇ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਉਹ ਪਰਮੇਸ਼ਰ ਦੀ ਯਾਦ ਤੋਂ ਛੁੱਟ ਕੇ ਹੋਣਾ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਗਲਿਆਂ ਰੋਗ ਖੰਡਣੇ, ਜਿਸ ਰੋਗ ਕਰਕੇ ਬਾਕੀ ਸਾਰੇ ਰੋਗ ਪੈਦਾ ਹੁੰਦੇ ਹਨ, ਰੋਜ਼ਾਨਾ ਸਾਧ ਸੰਗਤ ਦੇ ਕਰਮ ਵਿੱਚ ਜੁੜਨ ਕਰਕੇ ਰੋਗਾਂ ਦਾ ਜਿਹੜਾ ਸਾਰਾ ਵਿਖਿਆ ਭਾਵ ਹੈ ਉਹ ਦੂਰ ਹੁੰਦਾ ਹੈ। ਸਾਧ ਸੰਗੇਣ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ਵਰ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਇਹ ਕਿਰਪਾ ਦਾ ਸਰੂਪ ਮਾਨਣ ਨੂੰ ਮਿਲਦਾ ਕਿੱਥੇ ਹੈ? ਜਿਵੇਂ ਉਦਾਹਰਨ ਦੇ ਤੌਰ 'ਤੇ ਸੋਨੇ ਦੇ ਗਹਿਣੇ ਸੁਨਿਆਰ ਕੋਲੋਂ ਮਿਲਣਗੇ, ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਅਕਾਲ ਪੁਰਖ ਦੀ ਕਿਰਪਾ ਕਿੱਥੇ ਵਰਸਦੀ ਹੈ? ਸਾਧ ਸੰਗੇਣ, ਜਦੋਂ ਸਾਧ ਜਨਾਂ ਦੀ ਸੰਗਤ ਦੇ ਵਿੱਚ ਜੁੜ ਬੈਠ ਕੇ ਮਨੁੱਖ ਆਪਣੇ ਜੀਵਨ ਦੇ ਮਨੋਰਥ ਨੂੰ ਸਮਝਦਾ ਹੈ, ਜੀਵਨ ਦੀ ਸਾਧਨਾ ਦੇ ਹੁਨਰ ਸਿੱਖਦਾ ਹੈ। ਕਹਿੰਦੇ ਇਸੇ ਪ੍ਰਕਾਰ ਇੱਕ ਪ੍ਰਮਾਣ ਆਪਦੇ ਸਨਮੁਖ ਰੱਖਾਂ ਕਿ ਸਾਧ ਸੰਗਤ ਮਨੁੱਖ ਦੇ ਜੀਵਨ ਨੂੰ ਕਿਵੇਂ ਉਚੇਰਾ ਖੜਦੀ ਹੈ। ਇਸੇ ਪ੍ਰਕਾਰ ਕੋਈ ਜਗਿਆਸੂ ਕਿਸੇ ਪੂਰਨ ਪੁਰਖ ਦੇ ਕੋਲ ਗਿਆ, ਜਾ ਕੇ ਕਹਿਣ ਲੱਗਾ ਕਿ ਸਾਧ ਸੰਗਤ ਜੀਵਨ ਨੂੰ ਉਚੇਰਾ ਕਿਵੇਂ ਲੈ ਜਾਂਦੀ ਹੈ, ਕਿ ਕਹਿੰਦਾ ਜੇ ਕੋਈ ਮਨੁੱਖ ਦੇ ਪਾਸ ਬੁੱਧੀ ਨਾ ਹੋਵੇ, ਕੁਝ ਵੀ ਨਾ ਹੋਵੇ, ਤਾਂ ਉਹਦੇ ਜੀਵਨ ਨੂੰ ਕਿਵੇਂ ਉਚੇਰਾ ਲੈ ਜਾਵੇਗੀ। ਉਹਨੇ ਆਪਣੀ ਕੁਟੀਆ ਦੇ ਨੇੜੇ ਇੱਕ ਵੇਲ ਲਗਾਈ ਹੋਈ ਸੀ, ਕਹਿੰਦਾ ਅੱਜ ਇਹਨੂੰ ਦੇਖ ਲੈ, ਇਹ ਵੇਲ ਛੋਟੀ ਹੈ, ਮਹੀਨੇ ਬਾਅਦ ਆਈ ਤਾਂ ਇਸ ਵੇਲ ਦਾ ਤੂੰ ਦੇਖੀ ਕੀ ਹੁੰਦਾ ਹੈ। ਮਹੀਨੇ ਬਾਅਦ ਆਇਆ, ਉਹ ਜਿੰਨਾ ਨੇੜੇ ਉੱਥੇ ਕੋਈ ਉੱਚਾ ਰੁੱਖ ਸੀ, ਓਨੀ ਉੱਚੀ ਉਹ ਵੇਲ ਹੋ ਗਈ ਸੀ। ਮਹਾਤਮਾ ਕਹਿਣ ਲੱਗਾ ਕਿ ਸਾਧ ਸੰਗਤ ਇੱਕ ਅਜਿਹਾ ਸਥਾਨ ਹੈ ਜਿੱਥੇ ਕੇਵਲ ਥੋੜ੍ਹੀ ਜਿਹੀ ਸੁਚੇਤਤਾ ਦੇ ਨਾਲ ਵੀ ਬੈਠਿਆ ਜਾਵੇ ਤਾਂ ਸੁਤੇ ਸਿੱਧੇ ਇੰਨੀ ਬਖਸ਼ਿਸ਼ ਵਰਤਦੀ ਹੈ ਕਿ ਜਿੰਨਾ ਜ਼ਿਆਦਾ ਉਚੇਰਾ ਗਿਆਨ ਸਰੂਪ ਦਾ ਉਪਦੇਸ਼ ਹੋਏਗਾ, ਓਨਾ ਜ਼ਿਆਦਾ ਉੱਚਾ ਜੀਵਨ ਚਲੇਗਾ। ਉਹਨੇ ਫਿਰ ਦੂਜਾ ਪ੍ਰਮਾਣ ਦਿੱਤਾ। ਉਹਦੀ ਕੁਟੀਆ ਦੇ ਨੇੜਿਓਂ ਇੱਕ ਨਾਲਾ ਛੋਟਾ ਜਿਹਾ ਲੰਘਦਾ ਸੀ, ਤਾਂ ਉਹ ਕਹਿਣ ਲੱਗਾ ਕਿ ਹੁਣ ਇਹ ਨਾਲਾ ਛੋਟਾ ਜਿਹਾ ਹੈ, ਦੇਖ ਇਹਨੂੰ ਸੁੱਕਣ ਦਾ ਡਰ ਹੈ, ਇਹਦੀ ਕੋਈ ਵੱਡੀ ਸਿਫਤ ਵੀ ਨਹੀਂ ਹੈ, ਇਹਨੂੰ ਨਿੱਕਾ ਨਾਲਾ ਕਰਕੇ ਜਾਣਦੇ ਨੇ, ਇਹਦੇ ਜਲ ਦਾ ਕੋਈ ਪ੍ਰਯੋਗ ਵੀ ਨਹੀਂ ਹੁੰਦਾ, ਇਹਦੀ ਹਸਤੀ ਦਾ ਕੋਈ ਜ਼ਿਕਰ ਵੀ ਨਹੀਂ ਹੁੰਦਾ। ਤਾਂ ਫਿਰ ਉਹ ਜਗਿਆਸੂ ਨੂੰ ਕਹਿਣ ਲੱਗਾ ਇਹਦੇ ਨੇੜੇ ਇੱਕ ਦਰਿਆ ਵੱਡਾ ਲੰਘਦਾ ਹੈ, ਤੂੰ ਥੋੜ੍ਹਾ ਜਿਹਾ ਹੋਰ ਇਸ ਨਾਲੇ ਨੂੰ ਖਾਲ ਕੇ ਦਰਿਆ ਤੱਕ ਪਹੁੰਚਾ ਦੇ। ਅਤੇ ਜਦੋਂ ਦਰਿਆ ਵਿੱਚ ਰਲ ਗਿਆ ਤਾਂ ਜਦੋਂ ਦਰਿਆ ਵਿੱਚ ਹੜ੍ਹ ਆਇਆ ਕਰੇਗਾ ਅਤੇ ਇਹ ਵੀ ਬੜਾ ਜਲ ਨਾਲ ਭਰਪੂਰ ਹੋ ਜਾਏਗਾ, ਇਹਦਾ ਵੀ ਵਹਾਅ ਤੇਜ਼ ਹੋ ਜਾਏਗਾ, ਅਤੇ ਜਦੋਂ ਇਹ ਸਾਗਰ ਵਿੱਚ ਰਲ ਗਿਆ ਫਿਰ ਇਹਨੂੰ ਸੁੱਕਣ ਦਾ ਕੋਈ ਡਰ ਨਹੀਂ ਰਹਿ ਜਾਏਗਾ। ਤਾਂ ਇਸੇ ਪ੍ਰਕਾਰ ਕਹਿੰਦਾ ਸਾਧ ਸੰਗਤ ਹੈ, ਉਂਝ ਸਾਡੀ ਕੋਈ ਸਮਰੱਥਾ ਮਤ ਬੁੱਧ ਨਹੀਂ, ਪਰ ਜਦੋਂ ਸਾਧਨਾ ਦੇ ਤਹਿਤ ਅਸੀਂ ਕਿਸੇ ਪ੍ਰੋਸੈਸ ਵਿੱਚ ਪੈ ਜਾਂਦੇ ਹਾਂ ਫਿਰ ਗੁਣਾਂ ਦਾ ਵਾਸ ਸਾਡੇ ਅੰਦਰ ਹੋਣਾ ਸ਼ੁਰੂ ਹੋ ਜਾਂਦਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸਾਧ ਸੰਗੇਣ ਗੁਣ ਰਮਤ। ਹੁਣ ਜਿਹੜਾ ਅੱਗੇ ਗੁਰੂ ਸਾਹਿਬ ਜੀ ਨੇ ਗੁਣ ਰਮਤ ਕਿਹਾ ਹੈ, ਜਿਵੇਂ ਉਦਾਹਰਨ ਦੇ ਤੌਰ 'ਤੇ ਜਿਵੇਂ ਅਸੀਂ ਇਹਨੂੰ ਗੁਣ ਰਮਤ ਕਿਵੇਂ ਹੁੰਦਾ ਹੈ, ਗੁਣ ਰਮਤ ਕਿਵੇਂ ਹੁੰਦਾ ਹੈ ਕਿ ਜਲ ਅਤੇ ਮਿੱਠਾ ਇਹ ਦੋ ਵੱਖੋ ਵੱਖਰੀਆਂ ਚੀਜ਼ਾਂ ਨੇ, ਪਰ ਇਹਨਾਂ ਦੋਵਾਂ ਨੂੰ ਇੱਕ ਦੂਜੇ ਦੇ ਵਿੱਚ ਅਭੇਦ ਕਰਨਾ ਹੋਵੇ ਤਾਂ ਪਹਿਲਾਂ ਮਿਲਾ ਕੇ ਘੋਲਣਾ ਪੈਂਦਾ ਹੈ। ਜਦੋਂ ਘੁਲ ਜਾਂਦੀ ਹੈ ਤਾਂ ਮਿੱਠਾ ਪਾਣੀ ਦਾ ਰੂਪ ਹੋ ਜਾਂਦਾ ਹੈ,
पर ਉਹਦੇ ਚੱਖਣ ਤੋਂ ਪਤਾ ਲੱਗਦਾ ਕਿ ਇਹਦੇ ਅੰਦਰ ਪਾਣੀ ਅੰਦਰ ਮਿਠਾਸ ਘੁਲ ਗਈ ਹੈ। ਇਵੇਂ ਗੁਣ ਰਮਤ ਹੋਣੇ ਚਾਹੀਦੇ ਨੇ ਕਿ ਦਇਆ ਦਾ ਗੁਣ ਇੰਨਾ ਰਮ ਜਾਵੇ, ਉਹਦੇ ਨੇਤਰਾਂ ਤੋਂ, ਉਹਦੀ ਬੋਲਣੀ ਤੋਂ, ਉਹਦੇ ਚਾਲ ਵਿਵਹਾਰ ਤੋਂ ਪਤਾ ਲੱਗੇ ਕਿ ਇਸ ਬੰਦੇ ਦੇ ਅੰਦਰ ਦਇਆ ਦੀ ਮਿਠਾਸ ਵਰਤ ਰਹੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਾਧ ਸੰਗੇਣ ਕਰਨੀ ਕਾਹਦੇ ਕਰਕੇ ਹੈ? ਗੁਣ ਰਮਤ, ਕਿ ਗੁਣਾਂ ਦਾ ਜਿਹੜਾ ਪਰਮੇਸ਼ਵਰੀ ਗੁਣ ਕਹੇ ਜਾਂਦੇ ਹਨ ਉਹ ਜੀਵਨ ਦੇ ਵਿੱਚ ਬੜੇ ਸਹਿਜ ਰੂਪ ਦੇ ਵਿੱਚ ਪ੍ਰਵਿਰਤ ਹੋ ਜਾਣ। ਜਿਵੇਂ ਉਦਾਹਰਨ ਦੇ ਤੌਰ 'ਤੇ ਅਸੀਂ ਬੋਲਦੇ ਹਾਂ, ਸਾਨੂੰ ਕੋਈ ਵਿਸ਼ੇਸ਼ ਤਰ੍ਹਾਂ ਦੀ ਆਗਿਆ ਨਹੀਂ, ਕੋਈ ਯਤਨ ਨਹੀਂ ਕਰਨਾ ਪੈਂਦਾ, ਸੁੱਤੇ ਸਿੱਤੀ ਆਵਾਜ਼ ਸਾਡੇ ਅੰਦਰੋਂ ਨਿਕਲਦੀ ਆਉਂਦੀ ਹੈ। ਦੇਖਣਾ ਅੱਖਾਂ ਦੀ ਰੌਸ਼ਨੀ ਦੁਆਰਾ, ਤਾਂ ਕੋਈ ਬਾਰ-ਬਾਰ ਅੱਖਾਂ ਬੰਦ ਨਹੀਂ ਕਰਨੀਆਂ ਪੈਂਦੀਆਂ ਕਿ ਇਹਦੇ ਵਿੱਚ ਲੋ ਆ ਜਾਵੇ, ਆਪਣੇ ਅੰਦਰ ਹੀ ਉਹਦੇ ਵਿੱਚ ਪ੍ਰਕਾਸ਼ ਵਿਆਪਤ ਹੈ। ਇਸੇ ਪ੍ਰਕਾਰ ਗੁਣ ਰਮਤ, ਜਿਵੇਂ ਨਾ ਕਿ ਇੱਕ ਬਹੁਤ ਵੱਡਾ ਚਿੱਤਰਕਾਰ ਹੋਇਆ ਤਾਂ ਉਹਨੂੰ ਕਿਸੇ ਨੇ ਪੁੱਛਿਆ ਕਿ ਤੂੰ ਜਦੋਂ ਚਿੱਤਰਕਾਰੀ ਕਰਦਾ ਤੇਰੇ ਅੰਦਰ ਕੋਈ ਕੀ ਚੱਲਦਾ ਹੈ, ਵੀ ਪਹਿਲਾਂ ਚਿੱਤਰ ਬਣਾਉਣਾ ਹੈ ਜਾਂ ਨਹੀਂ? ਕਹਿੰਦਾ ਕੁਝ ਵੀ ਨਹੀਂ ਚੱਲਦਾ। ਚਿੱਤਰ ਬਣਾਉਣ ਤੋਂ ਪਹਿਲਾਂ ਕਹਿੰਦਾ ਮੇਰੇ ਅੰਦਰ ਕੁਝ ਵੀ ਨਹੀਂ ਚੱਲਦਾ, ਨਾ ਰੰਗਾਂ ਦੀ ਚੋਣ ਹੁੰਦੀ ਹੈ, ਨਾ ਕੈਨਵਸ ਦੀ ਚੋਣ ਹੁੰਦੀ ਹੈ। ਬਸ ਬੁਰਸ਼ ਫੜ ਕੇ ਉਹਨੂੰ ਉਕੇਰਨਾ ਸ਼ੁਰੂ ਕਰ ਦਿੰਦਾ ਅਤੇ ਜਦੋਂ ਤੱਕ ਸਮਾਪਤ ਕਰਦਾ ਕੋਈ ਨਾ ਕੋਈ ਚਿੱਤਰ ਬਣ ਜਾਂਦਾ। ਇਹਨੂੰ ਕਹਿੰਦੇ ਨੇ ਗੁਣ ਰਮਤ, ਕਿ ਤੇਰੇ ਅੰਦਰ ਉਹ ਗੁਣ ਇੰਨਾ ਸਫੁਰ ਹੋਵੇ ਕਿ ਕੋਈ ਵੀ ਕਰਮ ਕਰੇ ਤਾਂ ਤੇਰੇ ਕੀਤੇ ਹੋਏ ਕਰਮ ਤੋਂ ਪਤਾ ਲੱਗ ਜੇ ਕਿ ਇਹ ਜਿਹੜਾ ਕਰਮ ਹੈ ਇਹਦੇ ਇਸ ਗੁਣ ਦੇ ਸਹਿਤ ਹੋਇਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਗੁਣ ਰਮਤ, ਗੁਣਾਂ ਦੀ ਸਾਧਨਾ ਆਪਣੇ ਜੀਵਨ ਦੇ ਵਿੱਚ ਰਮਾਉਣੀ ਪੈਂਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਾਧ ਸੰਗੇਣ ਗੁਣ ਰਮਤ, ਜਦੋਂ ਗੁਣਾਂ ਦੇ ਨਾਲ ਤੇਰਾ ਰਮਣ ਹੋ ਜਾਏਗਾ, ਭਾਵ ਕਿ ਗੁਣਾਂ ਦੇ ਸਹਿਤ ਜੀਵਨ ਅਭੇਦ ਹੋ ਜਾਏਗਾ, ਇੱਕ ਸੁਰਤਾ ਵਾਲਾ ਹੋ ਜਾਏਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਸਰਣ ਪੂਰਨ ਪਰਮੇਸ਼ਵਰ ਹੈ। ਤਾਂ ਫਿਰ ਸਮਝ ਲੈਣਾ ਕਿ ਤੈਨੂੰ ਅਕਾਲ ਪੁਰਖ ਨੇ ਆਪਣੀ ਸ਼ਰਨ ਦੇ ਵਿੱਚ ਨਿਵਾਜਿਸ਼ ਦੇ ਦਿੱਤੀ ਹੈ, ਆਪਣੇ ਦਰ ਘਰ ਦੇ ਵਿੱਚ ਤੈਨੂੰ ਥਾਂ ਦੇ ਦਿੱਤੀ ਹੈ। ਬੀਬੀ ਰਾਬੀਆ ਅਲ ਬਸਰੀ ਦੇ ਜੀਵਨ ਦੀ ਬੜੀ ਕਮਾਲ ਦੀ ਗੱਲ ਹੈ। ਉਹਨੂੰ ਕਿਸੇ ਨੇ ਕਿਹਾ ਕਿ ਰੱਬੀ ਰੁਤਬੇ ਕਿਵੇਂ ਪ੍ਰਾਪਤ ਹੁੰਦੇ ਨੇ? ਸੰਸਾਰੀ ਰੁਤਬਿਆਂ ਲਈ ਵੀ ਯਤਨ ਕਰਨਾ ਪੈਂਦਾ ਹੈ, ਪਰ ਜਿਹੜੇ ਰੱਬੀ ਰੁਤਬਿਆਂ ਦੀ ਤੁਸੀਂ ਗੱਲ ਕਰਦੇ ਹੋ ਕਿਵੇਂ ਪ੍ਰਾਪਤ ਹੁੰਦੀ ਹੈ? ਫਿਰ ਉਹਨੇ ਬੜਾ ਸਵਰਲ ਜਿਹਾ ਜਵਾਬ ਦਿੱਤਾ, ਕਹਿੰਦੀ ਆਪਣੀ ਮਰਜ਼ੀ, ਆਪਣਾ ਯਤਨ, ਆਪਣੀ ਸਮਝ, ਆਪਣੀ ਸੂਝ ਸਿਆਣਪ ਸਾਰਾ ਕੁਝ ਛੱਡ ਕੇ ਪਹਿਲਾਂ ਪਰਮੇਸ਼ਰ ਦੇ ਕਿਰਿਆ ਵਿਧਾਨ ਨੂੰ, ਕਿਰਪਾ ਵਿਧਾਨ ਨੂੰ ਬੁੱਝਣਾ ਪੈਂਦਾ ਹੈ ਅਤੇ ਫਿਰ ਉਹਨੂੰ ਪੂਰਾ ਦਾ ਪੂਰਾ ਅਪਣਾਉਣਾ ਪੈਂਦਾ ਹੈ। ਤਾਂ ਜਿਹਨੇ ਸਵਾਲ ਪੁੱਛਿਆ ਸੀ, ਕਹਿੰਦਾ ਕਿ ਹੁਣ ਮਨੁੱਖ ਆਪਣੀ ਯਤਨ, ਸਮਝ ਸੂਝ ਸਿਆਣਪ ਤਾਂ ਛੱਡ ਦੇ, ਪਰਮੇਸ਼ਰ ਦਾ ਕਿਰਪਾਮਈ ਸਰੂਪ ਕਿਵੇਂ ਬੁੱਝੇ, ਇਹਦੇ ਲਈ ਵੀ ਤਾਂ ਜ਼ਰੂਰੀ ਹੈ। ਕਹਿਣ ਲੱਗੀ ਕਿ ਹਾਂ ਇਹ ਵੀ ਬੁੱਝਣਾ ਬੜਾ ਸੌਖਾ ਹੈ। ਕਹਿੰਦੀ ਕਿਵੇਂ? ਕਹਿੰਦੀ ਦੇਖ, ਸੂਰਜ ਦੀ ਰੌਸ਼ਨੀ ਹੈ, ਕਿਤੇ ਵੀ ਭਿੰਨ ਭੇਦ ਨਹੀਂ ਕਰਦੀ, ਰੂੜੀ 'ਤੇ ਵੀ ਬਰਾਬਰ ਪੈਂਦੀ ਹੈ, ਫੁੱਲ ਦੇ ਉੱਪਰ ਵੀ ਬਰਾਬਰ ਪੈਂਦੀ ਹੈ। ਇਸ ਕਰਕੇ ਜਿੰਨੇ ਹਰੀ ਕਾ ਜਨ ਹੋਣਾ, ਜਿਵੇਂ ਗੁਰਬਾਣੀ ਵਿੱਚ ਆਉਂਦਾ ਨਾ, ਸਤਿਗੁਰੂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਤਾਂ ਕਹਿਣ ਲੱਗੀ ਕਿ ਇਸੇ ਪ੍ਰਕਾਰ ਤੁਹਾਡਾ ਜੀਵਨ ਦਾ ਵਿਵਹਾਰ, ਮਿਲ ਵਰਤਨ ਸਾਰਿਆਂ ਦੇ ਨਾਲ ਸੂਰਜ ਵਰਗਾ ਹੋਣਾ ਚਾਹੀਦਾ, ਕਿ ਸਾਂਝਾ ਹੋਣਾ ਚਾਹੀਦਾ, ਕੋਈ ਫਰਕ ਭਿੰਨ ਭੇਦ ਨਹੀਂ। ਇਸੇ ਪ੍ਰਕਾਰ ਕਹਿੰਦੀ ਹਵਾ ਦੇ ਵੱਲ ਦੇਖੋ, ਹਵਾ ਕਿਸੇ ਦੇਸ਼ ਕਾਲ ਦੇ ਬੰਧਨਾਂ ਦੇ ਵਿੱਚ ਕੈਦ ਨਹੀਂ ਹੋ ਸਕਦੀ। ਭਾਵੇਂ ਅਸੀਂ ਅਸਮਾਨ ਜਿੱਡੀਆਂ ਉੱਚੀਆਂ ਕੰਧਾਂ ਉਸਾਰ ਦਈਏ, ਹਵਾ ਨੂੰ ਨਾ ਕੈਦ ਕਰ ਸਕਦੇ ਹਾਂ, ਨਾ ਉਹਦਾ ਵੇਗ ਰੋਕ ਸਕਦੇ ਹਾਂ। ਇਸੇ ਪ੍ਰਕਾਰ ਕਹਿੰਦੀ ਕਿ ਤੁਹਾਡੀ ਬੰਦਗੀ ਦਾ ਵੇਗ, ਤੁਹਾਡੀ ਪਰਉਪਕਾਰਤਾ ਦਾ ਸੁਭਾਅ ਇਹਨਾਂ ਸਾਰੀਆਂ ਸੀਮਾਵਾਂ ਤੋਂ ਰਹਿਤ ਹੋ ਕੇ ਸਗਲੀ ਕਾਇਨਾਤ ਲਈ ਹੋਣਾ ਚਾਹੀਦਾ। ਤਾਂ ਇਸੇ ਪ੍ਰਕਾਰ ਕਹਿੰਦੀ ਫਿਰ ਅੱਗ ਤੋਂ ਸਿੱਖਿਆ ਜਾ ਸਕਦਾ ਹੈ। ਅੱਗ ਦੇ ਵਿੱਚ ਭਾਵੇਂ ਹੀਰਾ ਸੁੱਟ ਦਿਓ, ਅੱਗ ਦੇ ਵਿੱਚ ਭਾਵੇਂ ਕਾਗਜ਼ ਸੁੱਟ ਦਿਓ, ਉਹਨੇ ਸਾੜਨਾ ਹੀ ਸਾੜਨਾ ਹੈ। ਅਤੇ ਬੀਬੀ ਰਾਬੀਆ ਅਲ ਬਸਰੀ ਕਹਿੰਦੀ ਇਸੇ ਪ੍ਰਕਾਰ ਰੱਬੀ ਹੁਕਮ ਦੀ ਸੂਝ, ਇੰਨਾ ਗਿਆਨ ਇੰਨਾ ਤੀਖਣ ਹੋਣਾ ਚਾਹੀਦਾ ਹੈ ਕਿ ਅਗਰ ਕੋਈ ਗਿਆਨਵਾਨ ਸੁਣੇ ਤਾਂ ਵੀ ਉਹਦੇ ਜੀਵਨ ਦਾ ਵਿਕਾਸ ਹੋਵੇ, ਅਤੇ ਕੋਈ ਹਲਕੀ ਬੁੱਧ ਵਾਲਾ ਵੀ ਸੁਣੇ ਤਾਂ ਉਹ ਵੀ ਉੱਤਮਤਾਈ ਬੁੱਧ ਵਾਲਾ ਹੋ ਜਾਵੇ। ਇਹੋ ਜਿਹੀ ਮਨੁੱਖ ਦੇ ਗਿਆਨ ਦੀ ਅਗਨ ਦਗਦ ਹੋਣੀ ਚਾਹੀਦੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਸਰਣ ਪੂਰਨ ਪਰਮੇਸ਼ਰ। ਅਤੇ ਕਹਿੰਦੀ ਇਸ ਪ੍ਰਕਾਰ ਜਦੋਂ ਅਸੀਂ ਪਰਮੇਸ਼ਵਰੀ ਗੁਣਾਂ ਨੂੰ ਆਪਣੇ ਜੀਵਨ 'ਚ ਥਾਂ ਦੇਣ ਲੱਗ ਪੈਂਦੇ ਹਾਂ, ਉਦੋਂ ਪਰਮੇਸ਼ਰ ਦੇ ਘਰ ਵਿੱਚ ਸਾਡੀ ਕੋਈ ਥਾਂ ਬਣਨ ਲੱਗ ਪੈਂਦੀ ਹੈ, ਅਤੇ ਤਾਂ ਸਾਨੂੰ ਜਿਹੜੇ ਰੂਹਾਨੀ ਰੁਤਬੇ ਹਨ ਪ੍ਰਾਪਤ ਹੁੰਦੇ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਸਰਣ ਪੂਰਨ ਪਰਮੇਸ਼ਰ। ਹੁਣ ਦੂਜੀ ਗੱਲ, ਜਦੋਂ ਮਨੁੱਖ ਸਾਧ ਸੰਗਤ ਵਿੱਚ ਆਉਂਦਾ, ਉਹਨੂੰ ਆਪਣੇ ਕਰਮ ਦੀ ਸੂਝ ਹੁੰਦੀ ਹੈ, ਕਰਮ ਕਰਨਾ ਕਿਵੇਂ ਹੈ। ਹੁਣ ਜਿਵੇਂ ਇੱਕ ਵਿਦਿਆਰਥੀ ਸਕੂਲ ਵਿੱਚ ਜਾਂਦਾ ਹੈ, ਉੱਥੇ ਜਾ ਕੇ ਉਹਦਾ ਜੀਵਨ ਜਿੰਨਿਆਂ ਖੇਤਰਾਂ ਦੇ ਨਾਲ ਸੰਬੰਧਿਤ ਹੋਣਾ ਹੈ, ਉਹਨਾਂ ਸਾਰਿਆਂ ਵਿਸ਼ਿਆਂ ਦਾ ਉਹਨੂੰ ਗਿਆਨ ਮਿਲਦਾ। ਉਦਾਹਰਨ ਦੇ ਤੌਰ 'ਤੇ ਉਹਨੇ ਆਪਣੀ ਜ਼ਿੰਦਗੀ 'ਚ ਗਿਣਤੀ ਆਦਿਕ ਦਾ ਹਿਸਾਬ ਕਰਨਾ ਹੈ,
ਮੈਥ ਦਾ ਵਿਸ਼ਾ ਉਹਨੂੰ ਪੜ੍ਹਾਇਆ ਜਾਂਦਾ, ਉਹਦਾ ਗਿਆਨ ਦਿੱਤਾ ਜਾਂਦਾ ਹੈ। ਭਾਸ਼ਾ ਦੇ ਦੁਆਰਾ ਉਹਨੇ ਆਦਾਨ ਪ੍ਰਦਾਨ ਕਰਨਾ ਹੈ। ਇੱਕ ਜਾਂ ਦੋ ਤੋਂ ਵੱਧ ਭਾਸ਼ਾਵਾਂ ਉਹਨੂੰ ਸਿਖਾਈਆਂ ਜਾਂਦੀਆਂ ਨੇ। ਸਮਾਜ ਦੀ ਨੈਤਿਕਤਾ ਦੇ ਕੀ ਨੇਮ ਹਨ, ਸੋਸ਼ੋਲੋਜੀ ਪੜ੍ਹਾਈ ਜਾਂਦੀ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸਾਧ ਸੰਗੇਣ। ਹੁਣ ਗੱਲ ਕੀ ਹੈ ਕਿ ਪਹਿਲਾਂ ਜਿਹੜਾ ਗਿਆਨ ਦਾ ਪੱਧਰ ਸੀ ਨਾ, ਉਹ ਧਾਰਮਿਕ ਸਥਾਨਾਂ ਦੇ ਵਿੱਚ ਹੀ ਹੁੰਦਾ ਸੀ। ਇਹ ਤਾਂ ਜਦੋਂ ਬਸਤੀਵਾਦੀ ਪੈਟਰਨ ਇੱਧਰ ਸਾਡੇ ਭਾਰਤ ਦੇ ਵਿੱਚ ਆਏ ਤਾਂ ਫਿਰ ਜਿਹੜੀ ਵਿੱਦਿਆ ਦੇ ਇੱਕ ਵੱਖਰੇ ਅਦਾਰੇ ਬਣਨੇ ਸ਼ੁਰੂ ਹੋਏ ਨੇ। ਤਾਂ ਪਹਿਲਾਂ ਜਿਹੜੀ ਦੀਨੀ ਵਿੱਦਿਆ ਸੀ ਹੁੰਦੀ, ਉਹ ਦੋਵੇਂ ਤਰ੍ਹਾਂ ਦੀ ਵਿੱਦਿਆ, ਸੰਸਾਰੀ ਅਤੇ ਅਧਿਆਤਮਿਕ ਵਿੱਦਿਆ, ਧਾਰਮਿਕ ਸਥਾਨਾਂ 'ਤੇ ਹੀ ਦਿੱਤੀ ਜਾਂਦੀ ਸੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਾਧ ਸੰਗੇਣੋ। ਜਦੋਂ ਸਾਧ ਸੰਗੇਣ ਮਨੁੱਖ ਆਉਂਦਾ, ਕੋਈ ਜੁੜਦਾ ਹੈ, ਉਹਨੂੰ ਆਪਣੇ ਜੀਵਨ ਦਾ ਵੱਡਾ ਮਨੋਰਥ ਪਤਾ ਲੱਗਦਾ ਹੈ। ਸੰਸਾਰੀਆਂ ਵਿੱਚ ਬੈਠੇਗਾ ਤਾਂ ਸੰਸਾਰ ਕੀ ਖਿਆਲ ਦੇਗਾ ਕਿ ਆਪਣਾ ਜੀਵਨ ਉੱਚਾ ਕਰ ਲੈ, ਆਪਣੇ ਜੀਵਨ ਦੇ ਪਸਾਰ ਵੱਡੇ ਕਰ ਲਓ ਬਸ। ਜਦੋਂ ਸਾਧ ਸੰਗਤ ਵਿੱਚ ਆਏਗਾ ਤਾਂ ਫਿਰ ਆਏਗਾ ਕਿ ਤੇਰਾ ਜੀਵਨ ਇਕੱਲਾ ਤੇਰੇ ਲਈ ਨਹੀਂ ਹੈ। ਤੇਰਾ ਜੀਵਨ ਅਕਾਲ ਪੁਰਖ ਤੋਂ ਉਪਜਿਆ ਹੈ ਅਤੇ ਸਮੁੱਚੇ ਕਾਇਨਾਤ ਦੇ ਲਈ ਹੈ। ਇਸੇ ਕਰਕੇ ਹੁੰਦਾ ਨਾ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਸਾਧ ਸੰਗਤ ਦੇ ਵਿੱਚ ਸੰਤ ਬਣਿਆ ਮਨੁੱਖ ਆਪਣੇ ਸਮੁੱਚੇ ਕਰਮ ਦੀ ਚੋਣ ਕਰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਸਰਣ ਪੂਰਨ ਪਰਮੇਸ਼ਰ ਹੈ। ਅਤੇ ਇਸ ਕਰਕੇ ਪਰਮੇਸ਼ਰ ਦੀ ਸ਼ਰਨ ਵਿੱਚ ਆਪਣੇ ਆਪ ਨੂੰ ਉਦੋਂ ਸਮਝਣਾ ਚਾਹੀਦਾ ਹੈ ਜਦੋਂ ਅਸੀਂ ਰੱਬੀ ਗੁਣਾਂ ਦੀ ਸਾਧਨਾ ਕਰਨੀ ਸ਼ੁਰੂ ਕਰ ਦਈਏ। ਸਿਆਮਲੰ ਮਧੁਰ ਮਾਨੁਖਯੰ ਹਿਰਦਯੰ ਭੂਮ ਵੈਰਿਣః। ਤਾਂ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ, ਸਿਆਮਲੰ ਬੜੀ ਸੁੰਦਰ ਸੂਰਤ ਹੋਵੇ, ਮਧੁਰ ਬੜੀ ਮਿਠਾਸ ਵਾਲੀ ਬੋਲੀ ਹੋਵੇ, ਮਨ ਨੂੰ ਮੋਹ ਲੈਣ ਵਾਲੀ ਹੋਵੇ, ਕੰਨਾਂ ਨੂੰ ਰਸ ਨਾਲ ਭਰ ਦੇਣ ਵਾਲੀ ਬੋਲੀ ਹੋਵੇ। ਗੁਰੂ ਸਾਹਿਬ ਜੀ ਕਹਿੰਦੇ ਮਾਨੁਖਯੰ ਬੜੀ ਸੁੰਦਰ ਸੂਰਤ ਵਾਲਾ, ਬੜੀ ਮਿਠਾਸ ਭਰੀ ਬੋਲੀ ਵਾਲਾ ਮਨੁੱਖ ਹੋਵੇ, ਕੋਈ ਇਨਸਾਨ ਹੋਵੇ। ਹਿਰਦਯੰ ਭੂਮ ਵੈਰਿਣਹਿ, ਪਰ ਉਹਦੇ ਹਿਰਦੇ ਦੇ ਤਲ 'ਤੇ ਜੇ ਵੈਰ ਹੋਵੇ ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵਜਨਹਿ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮਿੱਠੀ ਬੋਲੀ, ਸੋਹਣੀ ਸੂਰਤ ਹੁੰਦਿਆਂ ਹੋਇਆਂ ਵੀ ਜੇ ਹਿਰਦੇ 'ਚ ਵੈਰ ਹੈ ਤਾਂ ਇਹੋ ਜਿਹੇ ਇਨਸਾਨ ਦਾ ਝੁਕਣਾ ਜਿਹੜਾ ਹੈ ਸਿਰੇ ਦਾ ਕਪਟ ਹੈ, ਮਹਾਂਪਾਖੰਡ ਹੈ। ਚੇਤਨੰ ਸੰਤ ਸਵਜਨਹਿ, ਅਤੇ ਜਿਹੜੇ ਸੰਤ ਹਨ ਇਸ ਜਿਹੜੀ ਉਕਾਈ ਹੈ, ਜਿਹੜੀ ਇਹ ਕਪਟੀ ਪੁਰਖਾਂ ਦੀ ਚਲਾਕੀ ਹੈ, ਚੇਤਨੰ ਉਹਦੇ ਤੋਂ ਪੂਰੀ ਤਰ੍ਹਾਂ ਸੁਚੇਤ ਰਹਿੰਦੇ ਹਨ। ਇਸ ਕਰਕੇ ਸੰਸਾਰ ਦੇ ਵਿੱਚ ਇਸ ਭਾਵ ਕਿ ਇਸ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਜੀ ਕਪਟ ਦੀ ਦਸ਼ਾ ਬਿਆਨ ਕਰ ਰਹੇ। ਕਹਿੰਦੇ ਕਿਸੇ ਜਗ੍ਹਾ ਗਿਆਨ ਦੀ ਸਭਾ ਲੱਗੀ ਹੋਈ ਸੀ ਤਾਂ ਉਹਦੇ ਵਿੱਚ ਇੱਕ ਸਮੱਸਿਆ ਰੱਖੀ ਗਈ ਕਿ ਉਹ ਕਿਹੜਾ ਮਤਲਬ ਕਾਰਨ ਹੈ ਜਿਹੜਾ ਬੰਦੇ ਨੂੰ ਬਹੁਰੂਪੀਆ ਬਣਾਉਂਦਾ ਹੈ। ਤਾਂ ਕਿਹੜਾ ਕਾਰਨ ਹੈ? ਬੜੇ ਗਿਆਨਵਾਨਾਂ ਨੇ ਜਵਾਬ ਦਿੱਤੇ, ਕਿਸੇ ਕੋ ਸਿਰੇ ਦਾ ਜਵਾਬ ਨਾ ਦਿੱਤਾ ਗਿਆ। ਤਾਂ ਆਖਰ ਇੱਕ ਉੱਥੇ ਕਮਲਾ ਰਮਲਾ ਜਿਹਾ ਇਨਸਾਨ ਬੈਠਾ ਸੀ ਤਾਂ ਉਹਨੂੰ ਕਹਿਣ ਲੱਗੇ ਕਿ ਬਾਕੀ ਸਾਰੇ ਜਵਾਬ ਦੇ ਹਟੇ ਨੇ, ਜੇ ਤੈਨੂੰ ਵੀ ਕੁਝ ਪਤਾ ਤਾਂ ਦੱਸ। ਤਾਂ ਉਹ ਕਹਿਣ ਲੱਗਾ ਕਿ ਕਪਟ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਮਨੁੱਖ ਨੂੰ ਬਹੁਰੂਪੀਆ ਬਣਾਉਂਦਾ ਹੈ। ਉਂਝ ਮਨੁੱਖ ਆਪਣੀ ਜ਼ੁਬਾਨ 'ਤੇ ਕਦੀ ਜੀ ਸ਼ਬਦ ਵਰਤਿਆ ਨਹੀਂ, ਹੁਣ ਕਪਟ ਦੇ ਤਹਿਤ ਅਗਲੇ ਤੋਂ ਆਪਣਾ ਕੋਈ ਸਵਾਰਥ, ਕੋਈ ਲੋਭ ਦੀ ਪ੍ਰਵਿਰਤੀ, ਕੋਈ ਕਾਰਜ ਸੰਵਰਨਾ ਹੈ, ਜੀ ਦੀ ਬਜਾਏ ਸ੍ਰੀ ਸ਼ਬਦ ਵੀ ਲਾਉਂਦਾ ਹੈ। ਸ੍ਰੀ ਵੀ ਲਾਉਂਦਾ ਪਹਿਲਾਂ ਅਤੇ ਸ਼੍ਰੀਮਾਨ ਵੀ ਕਹਿੰਦਾ ਅਤੇ ਲਾਸਟ 'ਤੇ ਜੀ ਵੀ ਲਗਾਉਂਦਾ ਹੈ। ਤਾਂ ਇਸੇ ਪ੍ਰਕਾਰ ਉਹ ਕਹਿਣ ਲੱਗਾ ਕਿ ਕਪਟ ਮਨੁੱਖ ਕੋ ਬਹੁਰੂਪੀਆ ਰੂਪ ਬਣਾ ਦਿੰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਕੋਈ ਅਰਥ ਨਹੀਂ ਹੈ ਸੁੰਦਰ ਸੂਰਤ ਦਾ, ਕੋਈ ਲਾਭ ਨਹੀਂ ਹੈ ਮਧੁਰ ਬੋਲੀ ਦਾ, ਜੇ ਹਿਰਦੇ ਦੇ ਵਿੱਚ ਵੈਰ ਹੋਵੇ। ਤਾਂ ਅੱਜ ਕਹਿੰਦੇ ਇਸੇ ਪ੍ਰਕਾਰ ਇੱਕ ਮੈਂ ਕਿਸੇ ਦਿਨ ਕਵੀ ਦੀ ਕੋਈ ਸਤਰ ਪੜ੍ਹ ਰਿਹਾ ਸੀ ਤਾਂ ਕਹਿੰਦਾ ਕਿ ਮੈਂ ਕਿਸੇ ਮਹਿਫਲ ਵਿੱਚ ਜਾਣਾ ਸੀ ਤਾਂ ਉੱਥੇ ਮੇਰੇ ਮਾਰਨ ਦੀ ਸਾਜ਼ਿਸ਼ ਚੱਲ ਰਹੀ ਸੀ। ਤਾਂ ਜਦੋਂ ਮੈਂ ਉਸ ਮਹਿਫਲ ਦੇ ਵਿੱਚ ਜਾ ਕੇ ਬੈਠਾ ਤਾਂ ਮੈਨੂੰ ਕਹਿਣ ਲੱਗੇ ਤੇਰੀ ਉਮਰ ਬੜੀ ਲੰਬੀ, ਹੁਣੇ ਯਾਦ ਕਰ ਰਹੇ ਸਾਂ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜੇ ਹਿਰਦੇ ਦੇ ਵਿੱਚ ਵੈਰ ਭਾਵਨਾ ਹੋਵੇ ਅਤੇ ਬਾਹਰੋਂ ਜਿਹੜਾ ਨਿਵਣਾ ਹੈ, ਬਾਹਰੋਂ ਜਿਹੜਾ ਕਰਮ ਕਰਨਾ ਹੈ, ਉਹ ਸਾਰਾ ਜਿਹੜਾ ਹੈ ਕਪਟ ਰੂਪ ਹੁੰਦਾ ਹੈ। ਅਤੇ ਜਿਹੜੇ ਪਰਮੇਸ਼ਰ ਦੇ ਸੰਤ ਜਨ ਹਨ ਹੁੰਦੇ ਹਨ ਉਹ ਇਹਦੇ ਤੋਂ ਸੁਚੇਤ ਰਹਿੰਦੇ ਹਨ। ਇਸ ਕਰਕੇ ਸਾਨੂੰ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਨਮਨ ਕਰਨ ਦਾ ਢੰਗ ਵੀ ਸਿਖਾਇਆ ਹੈ। ਆਸਾ ਦੀ ਬਾਣੀ, ਵਾਰ ਦੀ ਬਾਣੀ ਰੋਜ਼ਾਨਾ ਪੜ੍ਹਦੇ ਹਾਂ, ਉਹਦੇ ਵਿੱਚ ਆਉਂਦਾ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ, ਸੀਸ ਨਵਾਇਆ ਕਿਆ ਥੀਐ ਜਾਂ ਹਿਰਦੇ ਕੁਸੁੱਦੇ ਜਾਹੇ। ਰੋਜ਼ਾਨਾ ਸਤਿਗੁਰੂ ਨੂੰ ਨਮਨ ਕਰਦੇ ਹਾਂ। ਨਮਨ ਕਰਨ ਦਾ ਬੜਾ ਗਹਿਰਾ ਭਾਵ ਹੁੰਦਾ ਹੈ। ਕਦੇ ਆਪ ਜੀ ਕਦੇ ਵੱਡੇ ਬੰਦਗੀ ਵਾਲੇ ਪੁਰਸ਼ ਮਿਲਣ ਤਾਂ ਉਹ ਦੇਖੋ ਅੱਧਾ ਨਮਨ ਕਰਦੇ ਨੇ,
ਅੱਧਾ ਨਮਨ ਦਾ ਭਾਵ ਉਹਨਾਂ ਦਾ ਹੁੰਦਾ ਕਿ ਅੱਧਾ ਹੀ ਸਮਰਪਣ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜਦੋਂ ਮਨੁੱਖ ਦੇ ਹਿਰਦੇ ਦੇ ਤਲ 'ਤੇ ਵੈਰ ਹੈ ਤਾਂ ਗੱਲ ਕੀ ਹੈ ਕਿ ਕਪਟ ਮਨੁੱਖ ਕੋਲੋਂ ਬਹੁਤ ਅਣਉਚਿਤ ਕਰਵਾਉਂਦਾ ਹੈ। ਕਿ ਜੇ ਕਪਟ ਸਿੱਧਾ ਪ੍ਰਗਟ ਕਰੇਗਾ, ਹੁਣ ਜਿਵੇਂ ਬਗਲੇ ਦੀ ਉਦਾਹਰਣ ਦਿੱਤੀ ਜਾਂਦੀ ਹੈ, ਤਾਂ ਬਗਲੇ ਕਾਹਦੇ ਕਰਕੇ, ਹੁਣ ਉਹਦਾ ਵੇਸ ਦੇਖੀਏ ਬੜਾ ਚਿੱਟਾ ਹੈ, ਸਰੂਪ ਵੀ ਬੜਾ ਚੰਗਾ ਹੈ, ਪਰ ਉਹਦੇ ਅੰਦਰ ਵੈਰ ਭਾਵਨਾ ਜਾਂ ਕਪਟ ਦੀ ਭਾਵਨਾ ਹੈ, ਜਿਹਦੇ ਕਰਕੇ ਉਹ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਚੇਤਨੰ ਸੰਤ ਸਵਜਨੇ, ਤੇ ਜਿਹੜੇ ਸੰਤ ਜਨ ਹਨ ਉਹ ਕਪਟੀ ਪੁਰਖ ਦੇ ਇਹਨਾਂ ਲੱਛਣਾਂ ਤੋਂ ਸੁਚੇਤ ਰਹਿੰਦੇ ਹਨ। ਅਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ। ਅਗਲੇ ਸ਼ਲੋਕ ਵਿੱਚ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਅਚੇਤ। ਅਚੇਤ ਸ਼ਬਦ ਗੁਰੂ ਸਾਹਿਬ ਜੀ ਨੇ ਤਾਂ ਵਰਤਿਆ ਹੈ, ਹੁਣ ਉਦਾਹਰਨ ਦੇ ਤੌਰ 'ਤੇ ਸਾਡੇ ਪਾਸ ਕੋਈ ਨਿਸ਼ਚਿਤ ਰਾਸ਼ੀ ਹੋਵੇ ਨਾ ਪੈਸੇ ਦੇ ਤਲ 'ਤੇ, ਤਾਂ ਸਾਨੂੰ ਪਤਾ ਹੁੰਦਾ ਇੰਨੀ ਹੈ, ਉਹਦੇ ਹਰ ਵਾਰੀ ਖਰਚਣ ਤੋਂ ਬਾਅਦ ਪਤਾ ਲੱਗਦਾ ਰਹਿੰਦਾ ਕਿ ਬਾਕੀ ਇੰਨੀ ਕੁ ਰਹਿ ਗਈ ਹੈ। ਤਾਂ ਇਸੇ ਪ੍ਰਕਾਰ ਸਾਡੇ ਸਵਾਸਾਂ ਦੀ ਅਮੋਲਕ ਪੂੰਜੀ ਹੈ, ਸਾਡੇ ਜੀਵਨ ਦੀ ਅਮੋਲਕ ਅਹੁਦ ਹੈ, ਕਿੰਨੀ ਖਰਚ ਹੋ ਗਈ ਹੈ ਔਰ ਉਸ ਖਰਚ ਕਰਨ ਤੋਂ ਬਾਅਦ ਕਿੰਨਾ ਲਾਭ ਪ੍ਰਾਪਤ ਕੀਤਾ ਹੈ, ਇਹਦਾ ਕੋਈ ਸਾਨੂੰ ਅਨੁਭਵ ਨਹੀਂ। ਦੂਜਾ, ਸਾਡੀ ਮੱਤ ਬੁੱਧ ਸੁਰਤ ਜਿਹੜੀਆਂ ਉੱਤਮ ਦਾਨ ਸਾਨੂੰ ਮਿਲੇ ਹੋਏ ਸਨ, ਇਹਨਾਂ ਦੇ ਨਾਲ ਕਿੰਨੇ ਸ਼ੁਭ ਕਰਮ ਕਮਾਏ ਨੇ, ਇਹਦਾ ਵੀ ਕੋਈ ਅਰਥ ਨਹੀਂ, ਇਹਦਾ ਵੀ ਕੋਈ ਗਿਆਨ ਨਹੀਂ। ਸਾਡੇ ਜੀਵਨ ਦਾ ਮਨੋਰਥ ਕੀ ਹੈ? ਕੇਵਲ ਪਰਿਵਾਰਕ ਸੰਸਾਰਕ ਤਲ 'ਤੇ ਜਿਉਂ ਲੈਣਾ ਜਾਂ ਅਧਿਆਤਮਿਕ ਅਰਥਾਂ ਦੇ ਵਿੱਚ ਕੋਈ ਜੀਵਨ ਜਿਉਣਾ, ਇਹਦਾ ਵੀ ਕੋਈ ਅਰਥ ਨਹੀਂ ਹੈ। ਜਦੋਂ ਪਾਪ ਕਰਮ ਕਰਦੇ ਹਾਂ ਉਦੋਂ ਵੀ ਕੋਈ ਸੋਝੀ ਨਹੀਂ ਹੈ, ਅਚੇਤਗੀ ਦੇ ਵਿੱਚ ਬੜੇ ਦੁਸ਼ਕਰਮ ਕਰ ਜਾਂਦੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਚੇਤ, ਬੜਿਆਂ ਪੱਧਰਾਂ ਕਰਕੇ ਮਨੁੱਖ ਅਚੇਤ ਹੈ, ਭਾਵ ਕਿ ਕੀਤੇ ਹੋਏ ਕਰਮ ਦੀ ਜਾਂ ਜਿਹੜਾ ਕੋਈ ਕਰਮ ਕਰ ਰਿਹਾ ਉਹਦੀ ਸੋਝ ਨਹੀਂ ਹੈ। ਤਾਂ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਮੂੜਾ। ਸ਼ਾਇਦ ਆਪ ਜੀ ਨੂੰ ਪਤਾ ਹੋਵੇ ਕਿ ਪੇਂਡੂ ਸੱਭਿਆਚਾਰ ਦੇ ਵਿੱਚ ਜਦੋਂ ਕਿਸੇ ਨੂੰ ਮਹਾਮੂਰਖ ਕਹਿਣਾ ਹੋਵੇ ਤਾਂ ਮਹਾਮੂਰਖ ਨਹੀਂ ਕਿਹਾ ਜਾਂਦਾ, ਉਹਨੂੰ ਮੂੜ ਕਿਹਾ ਜਾਂਦਾ ਹੈ। ਮੂੜ ਦਾ ਮਤਲਬ ਕਿ ਤੇਰੇ ਤਾਂ ਨੇੜੇ ਵੀ ਸਿਆਣਪ, ਤੇਰੇ ਲਾਗੋਂ ਨੇੜਿਓਂ ਸਿਆਣਪ ਲੰਘ ਵੀ ਨਹੀਂ ਸਕਦੀ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਅਚੇਤ, ਪਹਿਲਾਂ ਸੋਝੀ ਨਹੀਂ ਹੈ, ਸੋਝੀ ਨਾ ਹੋਣ ਕਰਕੇ ਮੂੜ ਹੈ ਕਿ ਮੂੜ ਪੁਣੇ ਦੇ ਵਿੱਚ ਸਾਰੇ ਦੁਸ਼ਕਰਮ ਕਰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾ ਜਾਣੰਤ, ਅਚੇਤ ਹੋਣ ਕਰਕੇ, ਮਹਾਮੂਰਖ ਹੋਣ ਕਰਕੇ ਇਸ ਗੱਲ ਨੂੰ ਨਹੀਂ ਜਾਣਦਾ। ਘਟੰਤ ਸਾਸਾ ਨਿਤ ਪ੍ਰਤੀ, ਕੇ ਜੀਵਨ ਦੇ ਜਿਹੜੇ ਸਵਾਸਾਂ ਦੀ ਅਮੋਲਕ ਪੂੰਜੀ ਹੈ ਨਿਤਾ ਪ੍ਰਤੀ ਘਟ ਰਹੀ ਹੈ, ਭਾਵ ਕਿ ਆਪਣਾ ਜੀਵਨ ਜਿਹੜਾ ਦਿਨ ਬਾ ਦਿਨ ਸਮਾਪਤ ਹੁੰਦਾ ਜਾ ਰਿਹਾ ਹੈ। ਜਿਹੜੇ ਜੀਵਨ ਦੀ ਰਾਤ ਜਿਹੜੀ ਹੈ ਉਹ ਦਿਨ ਦਿਨ ਬੀਤਦੀ ਜਾਂਦੀ ਹੈ, ਕਾਲ ਦਾ ਚਿੱਟਾ ਦਿਨ ਚੜ੍ਹਨ ਵਾਲਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਚੇਤ ਮੂੜਾ ਨਾ ਜਾਣੰਤ, ਸਵਾਸ ਘਟ ਰਹੇ ਨੇ, ਲਫ਼ਜ਼ ਵਰਤ ਰਿਹਾ ਕਿ ਮੇਰੀ ਉਮਰ ਵੱਧ ਰਹੀ ਹੈ। ਇਸ ਕਰਕੇ ਅਸੀਂ ਕਿੰਨੇ ਭੁਲੇਖੇ ਵਿੱਚ ਰਹਿੰਦੇ ਹਾਂ। ਜਿਵੇਂ ਗੁਰਬਾਣੀ 'ਚ ਰੋਜ਼ਾਨਾ ਪੜ੍ਹਦੇ ਹਾਂ ਕਿ ਗੁਰਬਾਣੀ 'ਚ ਵਾਕ ਹੈ ਮ੍ਰਿਤ ਮੰਡਲ ਜਗ ਸਾਜਿਆ, ਕਿਉਂ ਬਾਲੂ ਕਰਮਬਾਰ, ਮਰਨ ਲਿਖਾਏ ਮੰਡਲ ਮਹਿ ਆਏ। ਤਾਂ ਇਸੇ ਪ੍ਰਕਾਰ ਕਿਸੇ ਮਹਾਤਮਾ ਨੇ ਇੱਕ ਵਾਕ ਵਰਤਿਆ, ਕਹਿੰਦਾ ਕਿ ਮੈਂ ਮਤਲਬ ਗੌਰ ਵੱਲ ਜਾ ਰਿਹਾ। ਉਹ ਦੂਜੇ ਕਿਸੇ ਜਗਿਆਸੂ ਨੇ ਪੁੱਛਿਆ ਗੌਰ ਵੱਲ ਕਿਵੇਂ ਜਾ ਰਿਹਾ? ਕਹਿੰਦਾ ਹਰੇਕ ਸਵਾਸ ਜਿਹੜਾ ਘਟ ਰਿਹਾ ਮੈਨੂੰ ਗੌਰ ਭਾਵ ਕਿ ਕਬਰ ਵੱਲ ਹੀ ਲਿਜਾ ਰਿਹਾ। ਤਾਂ ਬਾਬਾ ਫਰੀਦ ਸਾਹਿਬ ਜੀ ਵੀ ਸਾਨੂੰ ਚੇਤਾ ਕਰਾਉਂਦੇ ਹਨ ਕਿ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਹੁਣ ਗੱਲ ਕੀ ਹੈ ਕਿ ਕਿਸੇ ਜਗ੍ਹਾ ਮਤਲਬ ਮਨੁੱਖ ਹਮੇਸ਼ਾ ਆਪਣੇ ਆਪ ਨੂੰ ਭਰਮ ਵਿੱਚ ਰੱਖਣਾ ਚਾਹੁੰਦਾ ਹੈ, ਤਲਖ ਹਕੀਕਤ ਦੇ ਨਾਲ ਕਦੀ ਵਾਬਸਤਾ ਨਹੀਂ ਹੋਣਾ ਚਾਹੁੰਦਾ। ਤਾਂ ਗੁਰੂ ਸਾਹਿਬ ਜੀ, ਮੈਨੂੰ ਯਾਦ ਹੈ ਕਿਸੇ ਸਭਾ ਕਿਸੇ 12 ਮਾਹ ਦੀ ਬਾਣੀ ਦੀ ਕਿਤੇ ਵਿਚਾਰ ਕੀਤੀ ਸੀ, ਤਾਂ ਭਾਦੋ ਦੇ ਮਹੀਨੇ ਦੀ ਵਿਚਾਰ ਸੀ ਅਤੇ ਨਿਕੱਤਕ ਦੇ ਮਹੀਨੇ ਦੀ ਵਿਚਾਰ ਸੀ। ਉਹਦੇ ਵਿੱਚ ਸੀ ਸਿਆਓ ਹੋਆ ਸੇਤ, ਇਹਦੀ ਬੜੀ ਥੋੜ੍ਹੀ ਡੈਪਥ ਦੇ ਵਿੱਚ ਵਿਚਾਰ ਚਲੀ ਗਈ। ਤਾਂ ਇੱਕ ਸਤਸੰਗੀ ਨੇ ਮੈਨੂੰ ਬਾਹਰ ਨਿਕਲਦਿਆਂ ਕਹਿ ਤਾ, ਬਾਬਾ ਜੀ ਵਰੇ ਵਰੇ ਵਾਲਾ ਦਿਨ ਸੀ, ਤੁਸੀਂ ਮਰਨ ਦੀਆਂ ਗੱਲਾਂ ਛੋਹ ਕੇ ਬਹਿ ਗਏ। ਕੁਦਰਤੀ ਉਹਨੇ ਐਸੀ ਗੱਲ ਕਹਿ ਦਿੱਤੀ। ਮਤਲਬ ਗੁਰਬਾਣੀ ਦੇ ਵਿੱਚ ਜਿਹੜੀ ਤਲਖ ਹਕੀਕਤ ਸਾਡੇ ਜੀਵਨ ਦੀ ਮਿਲਦੀ ਹੈ, ਕਈ ਵਾਰੀ ਬੰਦਾ ਉਹਦੇ ਤੋਂ ਵੀ ਥੋੜ੍ਹਾ ਆਪਣੀ ਦੂਰੀ ਬਣਾਉਂਦਾ ਕਿ ਨਾ ਹੀ ਸਾਹਮਣਾ ਕਰਨਾ ਪਵੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਘਟੰਤ ਸਾਸਾ ਨਿਤ ਪ੍ਰਤੇ, ਨਿਤ ਜੀਵਨ ਦੀ ਕਿਰਿਆ ਘਟਦੀ ਹੈ। ਤਾਂ ਗੁਰਬਾਣੀ ਨੂੰ ਕਿਤੇ ਬੜੇ ਗੋਹਜ ਨਾਲ ਪੜ੍ਹੀਏ ਨਾ ਤਾਂ ਸਾਨੂੰ ਸਾਡਾ ਜੀਵਨ ਕਿਵੇਂ ਸਮਾਪਤ ਹੋ ਰਿਹਾ ਹੈ। ਗੁਰੂ ਸਾਹਿਬ ਜੀ ਨੇ ਬੜੇ ਦ੍ਰਿਸ਼ ਐਸੇ ਦੱਸੇ ਨੇ। ਭਗਤ ਕਬੀਰ ਸਾਹਿਬ ਦੀ ਨਾ ਬਾਣੀ 'ਚ ਵਾਕ ਆਉਂਦਾ, ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ। ਹੁਣ ਗੁਰਬਾਣੀ ਦੇ ਨਾਲ ਜੁੜਨ ਦੇ ਬੜੇ ਢੰਗ ਨੇ। ਕਦੇ ਕਿਤੇ ਦੀਵਾ ਬਾਲ ਕੇ ਉਹਦੇ ਵਿੱਚ ਨਿਸ਼ਚਿਤ ਤੇਲ ਪਾ ਲੈਣਾ, ਵੱਟੀ ਬਾਲ ਕੇ ਉਹਨੂੰ ਕਰ ਦੇਣਾ ਆਰੰਭ ਉਹਦਾ, ਤਾਂ ਦੇਖਣਾ ਕਿ 4-5 ਘੰਟੇ ਦੇ ਵਿੱਚ ਇੱਕ ਕਿਣਕਾ ਕਰਕੇ ਤੇਲ ਜਲ ਜਾਏਗਾ। ਤਾਂ ਆਖਰ ਜਦੋਂ ਤੇਲ ਮੁੱਕ ਗਿਆ,
ਉਹ ਦੀਵੇ ਦੇ ਵਿੱਚੋਂ ਤੇਲ ਜਦ ਸੁੱਕ ਗਿਆ, ਵੱਟੀ ਬੁੱਝ ਜਾਏਗੀ। ਤਾਂ ਇਸ ਸਾਰੀ ਚੀਜ਼ ਨੂੰ ਆਪਣੇ ਜੀਵਨ ਦੇ ਦ੍ਰਿਸ਼ ਨਾਲ ਸਮਝਣਾ ਕਿ ਕਿਵੇਂ ਸਵਾਸਾਂ ਦੀ ਜਿਹੜੀ ਪੂੰਜੀ ਹੈ, ਤੇਲ ਹੈ, ਕਿਵੇਂ ਕਿਵੇਂ ਘਟ ਰਿਹਾ ਹੈ, ਅਤੇ ਆਖਰ ਜਿਹੜੀ ਆਤਮ ਰੂਪ ਪ੍ਰਕਾਸ਼ ਝਲਕਦਾ ਹੈ ਕਿ ਨੇਤਰ ਦੇਖਣ ਯੋਗ ਹੁੰਦੇ ਨੇ, ਕੰਨ ਸੁਣਨ ਯੋਗ ਹੁੰਦੇ ਨੇ। ਜਦੋਂ ਆਤਮ ਜੋਤ ਦੀ ਲਾਟ ਇਹਦੇ ਵਿੱਚੋਂ ਬੁੱਝ ਜਾਂਦੀ ਹੈ, ਫਿਰ ਨਾ ਨੇਤਰ ਦੇਖ ਸਕਦੇ ਨੇ, ਨਾ ਕੰਨ ਸੁਣ ਸਕਦੇ ਨੇ। ਇਸ ਕਰਕੇ ਗੁਰਬਾਣੀ ਨੂੰ ਚਿੰਤਨ ਦੇ ਜ਼ਰੀਏ ਇਵੇਂ ਵੀ ਮਾਣਿਆ ਜਾ ਸਕਦਾ ਹੈ। ਫਿਰ ਗੁਰਬਾਣੀ 'ਚ ਇੱਕ ਜਗ੍ਹਾ ਵਾਕ ਆਉਂਦਾ ਹੈ ਕਿ ਧਨ ਜੋਬਨ ਕਾ ਗਰਭ ਨਾ ਕੀਜੈ, ਕਾਗਦ ਜਿਉਂ ਗਲ ਜਾਹੇਗਾ। ਕਦੇ ਘਰ ਦੇ ਵਿੱਚ ਕਾਗਜ਼ ਲੈ ਕੇ, ਕਿੰਨਾ ਵੀ ਕੀਮਤੀ ਕਿਉਂ ਨਾ ਹੋਵੇ, ਜਿਵੇਂ 400 ਮਾਈਕਰੋਨ ਦਾ ਪੇਜ ਆਉਂਦਾ, ਕਾਫੀ ਮਹਿੰਗਾ ਹੁੰਦਾ ਹੈ, 800 ਮਾਈਕਰੋਨ ਦਾ ਵੀ ਆਉਂਦਾ, ਉਸ ਤੋਂ ਵੀ ਮਹਿੰਗੇ ਕਾਗਜ਼ ਆਉਂਦੇ ਨੇ। ਇੰਨੇ ਜ਼ਿਆਦਾ ਮਹਿੰਗੇ ਨੇ ਕਿ ਇੱਕ ਸ਼ੀਟ ਕੋਈ 200-300 ਦੀ ਵੀ ਆਉਂਦੀ, ਇੰਨਾ ਮਹਿੰਗਾ ਕਾਗਜ਼ ਮਿਲਦਾ ਹੈ। ਪਰ ਉਹ ਸਾਰੇ ਦੀ ਔਧ ਕੀ ਹੈ ਕਿ ਜਦੋਂ ਜਲ ਦੀ 1-2 ਬੂੰਦ ਪੈ ਗਈ ਤਾਂ ਉਹ ਗਲਣਾ ਸ਼ੁਰੂ ਹੋ ਜਾਏਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਕਾਲ ਦੀ ਬੂੰਦ ਜਦੋਂ ਪੈਂਦੀ ਹੈ, ਭਾਵੇਂ ਤੇਰਾ ਜੀਵਨ 100 ਸਾਲ ਦਾ ਹੋਵੇ ਅਤੇ ਭਾਵੇਂ 150 ਸਾਲ ਦਾ ਹੋਵੇ, ਉਹ ਗਲ ਹੀ ਜਾਏਗਾ। ਇਸੇ ਕਰਕੇ ਗੁਰਬਾਣੀ 'ਚ ਇੱਕ ਹੋਰ ਵੀ ਚਿੱਤਰ ਆਉਂਦਾ, ਬਾਬਾ ਫਰੀਦ ਸਾਹਿਬ ਜੀ ਨੇ ਸਭ ਤੋਂ ਵੱਡਾ ਬਣਾਇਆ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ। ਮੈਂ ਇਸ ਦ੍ਰਿਸ਼ ਦੇ ਲਈ ਕਾਫੀ ਸਮਾਂ ਹਰੀਕੇ ਦੇ ਪੱਤਣ ਦੇ ਨੇੜੇ ਰਿਹਾ ਕਿ ਕੋਈ ਇਸ ਤਰ੍ਹਾਂ ਦਾ ਦ੍ਰਿਸ਼ ਮਾਨਣ ਨੂੰ ਮਿਲੇ। ਕੁਦਰਤੀ ਐਸਾ ਮਿਲ ਗਿਆ ਕਿ ਉਹ ਇਸ ਤਰ੍ਹਾਂ ਸੀ ਕਿ ਕੋਈ ਜੀਵ ਉੱਥੇ ਜਲ ਦੇ ਵਿੱਚ, ਕੋਈ ਕਾਲੇ ਜਿਹੇ ਰੰਗ ਦਾ ਜੀਵ ਛਟਕੇਲੀਆਂ ਕਰ ਰਿਹਾ ਸੀ ਵਾਰ-ਵਾਰ। ਤਾਂ ਕੋਈ ਸ਼ਿਕਰੇ ਨਾਮ ਦਾ ਜੀਵ ਆਇਆ, ਕੋਈ ਇਸ ਤਰ੍ਹਾਂ ਦੱਸਣ ਦੇ ਮੁਤਾਬਕ ਕਿਸੇ ਦੇ, ਤਾਂ ਉਹਨੇ ਐਸੀ ਝਪਟ ਮਾਰੀ ਕਿ ਉਹਦਾ ਸਾਰਾ ਹੀ ਖੇਲ ਭੁੱਲ ਗਿਆ, ਉਹਨੂੰ ਪਾਣੀ ਦੇ ਵਿੱਚੋਂ ਹੀ ਝਪਟ ਮਾਰ ਕੇ ਲੈ ਗਿਆ। ਤਾਂ ਇਸੇ ਪ੍ਰਕਾਰ ਜਿੰਨੇ ਵੀ ਗੁਰਬਾਣੀ ਵਿੱਚ ਮ੍ਰਿਤੂ ਦੇ ਦ੍ਰਿਸ਼ ਆਉਂਦੇ ਨੇ, ਉਹਨਾਂ ਨੂੰ ਜੀਵੰਤ ਰੂਪ ਦੇ ਵਿੱਚ ਦੇਖ ਲੈਣਾ ਚਾਹੀਦਾ ਹੈ, ਤਾਂ ਕਿ ਸਾਡੇ ਅੰਦਰ ਉਹ ਦ੍ਰਿਸ਼ ਦਾ ਪੂਰਾ ਭਾਵ ਪ੍ਰਤੱਖ ਹੋ ਜਾਏ। ਤਾਂ ਗੁਰੂ ਸਾਹਿਬ ਜੀ ਕਹਿੰਦੇ ਘਟੰਤ ਸਾਸਾ ਨਿਤ ਪ੍ਰਤੀ, ਨਿਤਾ ਪ੍ਰਤੀ ਜੀਵਨ ਦੀ ਔਧ ਘਟ ਰਹੀ ਹੈ, ਪਰ ਇਸ ਭਰਮ ਦੇ ਵਿੱਚ ਜਿਉਂ ਰਿਹਾ, ਖੁਦ ਵੀ ਭਰਮ ਵਿੱਚ ਰਹਿੰਦਾ ਹੈ ਅਤੇ ਸਮਾਜ ਵੀ ਇਹਨੂੰ ਭਰਮ ਦੇ ਵਿੱਚ ਰਹਿੰਦਾ ਹੈ। ਕਹਿੰਦੇ ਕੋਈ ਮਨੁੱਖ ਸੀ, ਮੈਨੂੰ ਵਿਅੰਗਾਤਮਕ ਕਿਸੇ ਨੇ ਗੱਲ ਸੁਣਾਈ ਸੀ। ਤਾਂ ਕਹਿੰਦਾ ਕਿ ਉਹ ਕਿਸੇ ਪੂਰਨ ਪੁਰਖ ਦੇ ਕੋਲ ਗਿਆ, ਬੰਦਗੀ ਵਾਲੇ ਕੋਲ। ਉਹ ਕਹਿੰਦਾ ਕਿ ਘੱਟੋ ਘੱਟ ਹੁਣ ਤਾਂ ਮੌਤ ਨੂੰ ਭੁਲੇਖਾ ਦੇਣਾ ਬੰਦ ਕਰ ਦੇ। ਉਹ ਕਹਿਣ ਲੱਗਾ ਕਿ ਕਿਵੇਂ, ਮੈਂ ਤਾਂ ਕਦੀ ਮੌਤ ਨੂੰ ਭੁਲੇਖਾ ਪਾਇਆ ਨਹੀਂ। ਕਹਿੰਦਾ ਨਹੀਂ, ਰੋਜ਼ ਤਾਂ ਪਾਉਣਾ, ਵੱਖਰੀ ਗੱਲ ਹੈ, ਤੈਨੂੰ ਆਪ ਨੂੰ ਸਮਝ ਨਹੀਂ ਕਿ ਮੌਤ ਨੂੰ ਭੁਲੇਖਾ ਦੇ ਰਿਹਾ। ਉਹ ਜਿਹੜਾ ਉਹਨਾਂ ਕੋਲ ਗਿਆ ਸੀ, ਕਹਿਣ ਲੱਗਾ ਜੀ ਮੈਂ ਮੌਤ ਨੂੰ ਕਿਵੇਂ ਭੁਲੇਖਾ ਦੇ ਸਕਦਾ। ਕਹਿੰਦਾ ਰੋਜ਼ਾਨਾ ਵਾਲ ਕਾਲੇ ਕਰਦਾ ਸਿਰ ਮੂੰਹ ਦੇ ਕਿ ਸ਼ਾਇਦ ਕਾਲ ਨੂੰ ਭੁਲੇਖਾ ਪੈ ਜਾਵੇਗਾ, ਜੇ ਜਵਾਨੀ ਦੀ ਉਹਦੇ ਵਿੱਚ ਹੈ ਅਤੇ ਇਹਦੇ ਵਾਲ ਚਿੱਟੇ ਨਹੀਂ ਹੋਏ, ਸ਼ਾਇਦ ਇਹਨੂੰ ਨਹੀਂ ਲਿਜਾਣਾ। ਤਾਂ ਕਹਿੰਦਾ ਇਸੇ ਕਰਕੇ ਮੌਤ ਨੂੰ ਭੁਲੇਖਾ ਦੇ ਰਿਹਾ। ਤਾਂ ਇਸੇ ਕਰਕੇ ਗੁਰਬਾਣੀ 'ਚ ਇੱਕ ਵਾਕ, ਆਪਣ ਹੱਥੀ ਆਪਣਾ ਦੇ ਕੂਚਾ ਆਪੇ ਲਾਏ, ਕਿ ਮਨੁੱਖ ਹਮੇਸ਼ਾ ਹੀ ਭੁਲੇਖੇ ਵਿੱਚ ਰਹਿਣਾ ਚਾਹੁੰਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਘਟੰਤ ਸਾਸਾ ਨਿਤ ਪ੍ਰਤੇ। ਇਸ ਕਰਕੇ ਪੱਟੀ ਬਾਣੀ 'ਚ ਵਾਕ, ਕੱਕੈ ਕੇਸ ਪੁੰਡਰ ਜਬ ਹੂਏ ਵਿਣ ਸਾਬਣੈ ਉਜਲਿਆ। ਗੁਰੂ ਸਾਹਿਬ ਜੀ ਕਹਿੰਦੇ ਚਿੱਟੇ ਵਸਤਰ ਨੂੰ ਸਾਫ਼ ਕਰਨਾ ਉਹਨੇ ਬੜੇ ਪ੍ਰਕਾਰ ਸਾਬਣ ਲਾਉਣਾ ਪੈਂਦਾ ਹੈ। ਅਤੇ ਜਦੋਂ ਮਾਲਕ ਸਰੀਰ ਦੇ ਸਵਾਸ ਚਿੱਟੇ ਕਰਦਾ, ਵਾਲ ਚਿੱਟੇ ਕਰਦਾ ਸਿਰ ਮੂੰਹ ਦੇ, ਤਾਂ ਉਹ ਤੈਨੂੰ ਸੁਚੇਤ ਦਿੰਦਾ ਹੈ ਕਿ ਜੀਵਨ ਦੀ ਔਧ ਬੀਤ ਰਹੀ ਹੈ ਅਤੇ ਹੁਣ ਇਹਨਾਂ ਨੂੰ ਕਾਲੇ ਕਰਨ ਦੇ ਭਰਮ 'ਚ ਨਾ ਪੈ ਕੇ ਆਪਣੇ ਕਰਮ ਵੀ ਚਿੱਟੇ ਕਰ ਲੈ, ਕਿਤੇ ਕਰਮ ਨਾ ਕਾਲੇ ਰਹਿ ਜਾਣ। ਬਾਬਾ ਫਰੀਦ ਸਾਹਿਬ ਜੀ ਤਾਂ ਕਹਿੰਦੇ ਨਾ, ਕਾਲੇ ਲਿਖਣਾ ਲੇਖ। ਤਾਂ ਉਹਦਾ ਭਾਵ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਘਟੰਤ ਸਾਸਾ ਨਿਤ ਪ੍ਰਤੇ, ਸ਼ਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗਰਾਸ। 'ਤੇ ਕਿੱਡੀ ਸੁੰਦਰ ਸਰੀਰ ਦੀ ਦੇਹ ਹੁੰਦੀ ਹੈ, ਸਾਰੇ ਸਰੀਰ ਦੇ ਵਿੱਚ ਬਲ ਹੁੰਦਾ ਹੈ, ਨਿੱਕੀ ਨਿੱਕੀ ਉਂਗਲਾਂ ਦੇ ਵਿੱਚ ਵੀ ਬਲ ਹੁੰਦਾ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਇੰਨੀ ਸੁੰਦਰ ਦੇਹ ਨੂੰ ਜਿਹੜਾ ਕਾਲ ਦਾ ਮਾਰ ਹੈ, ਹੌਲੀ ਹੌਲੀ ਖੀਣ ਕਰ ਦਿੰਦਾ ਹੈ। ਜਿਵੇਂ ਜਿਵੇਂ ਜੀਵਨ ਦੀ ਔਧ ਬੀਤਦੀ ਜਾਂਦੀ ਹੈ, ਕਾਲ ਕੰਨਿਆ ਗਰਾਸ 'ਤੇ ਦਾ ਭਾਵ ਨਿਗਲ ਲੈਣਾ, ਕਿ ਹੌਲੀ ਹੌਲੀ ਪਹਿਲਾਂ ਨੇਤਰਾਂ ਦੀ ਜੋਤ, ਕੰਨਾਂ ਦਾ ਸੁਣਨਾ, ਹੱਡਾਂ ਪੈਰਾਂ ਦਾ ਬਲ ਘਟਦਾ ਹੈ। ਆਖਰ ਇੰਨਾ ਜ਼ਿਆਦਾ ਬਲ ਘਟ ਜਾਂਦਾ ਹੈ ਕਿ ਮੁੜ ਕੇ ਜੀਵਨ ਦੇ ਵਿੱਚ ਕੋਈ ਸੱਤਿਆ ਨਹੀਂ ਰਹਿ ਜਾਂਦੀ। ਬਾਬਾ ਫਰੀਦ ਸਾਹਿਬ ਜੀ ਕਿੱਡਾ ਵੱਡਾ ਸਾਨੂੰ ਉਪਦੇਸ਼ ਦਿੰਦੇ ਨੇ। ਕਹਿੰਦੇ ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਪਵੇ ਓਮ, ਅੱਜ ਫਰੀਦੈ ਕੂਜੜਾ ਸਹਿ ਕੋਹਾਂ ਥੀ ਓਮ। ਕਹਿੰਦੇ ਇਹੀ ਲੱਤਾਂ ਨੇ ਜਿਨ੍ਹਾਂ ਦੇ ਨਾਲ ਪਤਾ ਨਹੀਂ ਕਿੰਨੇ ਦੇਸ਼, ਕਿੰਨੇ ਨਗਰ ਗਾਏ ਨੇ, ਅਤੇ ਅੱਜ ਇਹੀ ਲੱਤਾਂ ਨੇ, ਇਹਨਾਂ ਵਿੱਚ ਇੰਨਾ ਬਲ ਨਹੀਂ ਹੈ ਕਿ ਕਮਰੇ ਦੀ ਦੂਸਰੀ ਨੁੱਕਰ 'ਤੇ ਪਿਆ ਹੋਇਆ ਘੜਾ ਹੈ, ਉਹਦੇ ਵਿੱਚੋਂ ਪਾਣੀ ਕੱਢ ਕੇ ਪੀ ਸਕਾਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਾਲ ਕੰਨਿਆ ਗਰਾਸ 'ਤੇ ਜਿਹੜੇ ਜੀਵਨ ਹੈ ਉਹਨੂੰ ਕਾਲ ਹੌਲੀ ਹੌਲੀ ਗਰਸਦਾ ਜਾਂਦਾ ਹੈ। ਰਚੰਤ ਪੁਰਖ ਕੁਟੰਬ ਲੀਲਾ, ਅਨਿਤ ਆਸਾ ਵਿਖਿਆ ਵਿਨੋਦ। ਪਰ ਗੁਰੂ ਸਾਹਿਬ ਜੀ ਕਹਿੰਦੇ ਸਾਰਾ ਕੁਝ ਵਾਪਰਨ ਦੇ ਬਾਵਜੂਦ ਵੀ ਰਚੰਤ ਪੁਰਖ, ਫਿਰ ਵੀ ਮਨੁੱਖ ਕੀ ਕਰਦਾ ਹੈ? ਕੁਟੰਬ ਲੀਲਾ,
ਫਿਰ ਵੀ ਪਰਿਵਾਰ ਦੇ ਤਲ 'ਤੇ ਪਰਿਵਾਰ ਦਾ ਜਿਹੜਾ ਸਾਰਾ ਪ੍ਰਪੰਚ ਬਣਿਆ ਉਹਦੇ ਵਿੱਚ ਹੀ ਰਮਿਆ ਰਹਿਣਾ ਚਾਹੁੰਦਾ ਹੈ। ਪਦਾਰਥ ਦੇ ਤਲ 'ਤੇ ਜਿਹੜੀ ਆਕਰਸ਼ਣ ਗ੍ਰਸਤਨਾ ਬਣੀ ਹੋਈ ਹੈ, ਵਿਕਾਰਾਂ ਦੇ ਤਲ 'ਤੇ ਜਿਹੜੀ ਜਕੜ ਬਣੀ ਹੋਈ ਹੈ, ਉਹਦੇ ਵਿੱਚ ਹੀ ਰਹਿਣਾ ਚਾਹੁੰਦਾ ਹੈ ਕਿ ਇਸ ਤੋਂ ਛੁਟਕਾਰਾ ਨਾ ਹੋ ਜਾਵੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਨਿਤ ਨਾ ਰਹਿਣ ਵਾਲੇ, ਨਾ ਸਜਗ ਰਹਿਣ ਵਾਲੇ ਕਰਮ, ਆਸਾ ਝੂਠੀ ਆਸਾ ਦੇ ਤਹਿਤ ਕਿ ਜੀਵਨ ਕੁਝ ਹੋਰ ਵੱਧ ਜਾਏ, ਤਾਂ ਵਿਖਿਆ ਵਿਨੋਦ ਕਹਿੰਦੇ ਵਿਸ਼ਿਆਂ ਵਿਕਾਰਾਂ ਦੇ ਕੌਤਕਾਂ ਦੇ ਵਿੱਚ ਹੀ ਜਿਹੜੇ ਦੁਸ਼ਕਰਮ ਹਨ ਉਹਨਾਂ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਕਹਿੰਦੇ ਕਿਸੇ ਜਗ੍ਹਾ ਇੱਕ ਵਿਅੰਗਾਤਮਕ ਗੱਲ ਹੈ ਕਿ 4 ਇਨਸਾਨ ਸਨ, ਉਹ ਕਿਸੇ ਡਾਕਟਰ ਦੇ ਕੋਲ ਗਏ, ਉਹਨਾਂ ਦਾ ਚੈੱਕਅਪ ਹੋਇਆ ਤਾਂ ਡਾਕਟਰ ਨੇ ਕਹਿ ਦਿੱਤਾ ਕਿ ਤੁਹਾਡੇ ਤਿੰਨਾਂ ਕੋਲੋਂ, ਚਵਾਂ ਕੋਲੋਂ ਜਿਹੜਾ ਨਾ 3-3 ਮਹੀਨੇ ਦਾ ਸਮਾਂ, 3 ਮਹੀਨੇ ਬਾਅਦ ਤੁਸੀਂ ਸਾਰੇ ਮਤਲਬ ਚਲੇ ਜਾਓਗੇ, ਇਸ ਸੰਸਾਰ ਤੋਂ ਨਹੀਂ ਬਚੋਗੇ। ਜਿਹੜੇ 4 ਜਾਣੇ ਸਨ ਵਾਪਸ ਆ ਗਏ ਤਾਂ ਪਹਿਲਾਂ ਕਹਿਣ ਲੱਗਾ ਕਿ ਸਾਰੀ ਜ਼ਿੰਦਗੀ ਨਸ਼ਾ ਨਹੀਂ ਕੀਤਾ ਕਿ ਸਮਾਜ ਮਾੜਾ ਕਹੇਗਾ, ਹੁਣ 3 ਮਹੀਨੇ ਰਹਿ ਗਏ ਨੇ, ਸਾਰੀ ਸੰਪੱਤੀ ਵੇਚ ਕੇ ਨਸ਼ਾ ਕਰਾਂਗੇ ਰੱਜ ਕੇ, ਕਿਉਂਕਿ ਮਰ ਤਾਂ ਜਾਣਾ 3 ਮਹੀਨੇ ਬਾਅਦ। ਦੂਜਾ ਕਹਿਣ ਲੱਗਾ ਕਿ ਮੈਂ ਸਾਰੀ ਜ਼ਿੰਦਗੀ ਜੂਆ ਨਹੀਂ ਖੇਡ ਸਕਿਆ ਕਿ ਲੋਕ ਭੈੜਾ ਕਹਿਣਗੇ, ਬਦਨਾਮੀ ਹੋਏਗੀ, ਕਹਿੰਦਾ ਹੁਣ ਸਾਰੀ ਸੰਪੱਤੀ ਦੇ ਨਾਲ ਜੂਆ ਖੇਡਾਂਗਾ। ਤੀਜਾ ਕਹਿਣ ਲੱਗਾ ਮੈਂ ਸਾਰੀ ਜ਼ਿੰਦਗੀ ਪਰਿਵਾਰ ਦੀ ਜ਼ਿੰਮੇਵਾਰੀ ਕਿਤੇ ਘੁੰਮਣ ਨਹੀਂ ਜਾ ਸਕਿਆ, ਦੇਸ਼ ਦੇ ਅੰਤਰਾਂ ਦੇ ਵਿੱਚ ਸਾਰਾ ਪੈਸਾ ਵੇਚ ਵੱਟ ਕੇ ਹੁਣ ਸਾਰੀਆਂ ਜਗ੍ਹਾ ਘੁੰਮਣ ਜਾਵਾਂਗਾ। ਉਹਨਾਂ ਤਿੰਨਾਂ ਨੇ ਆਪੋ ਆਪਣਾ ਨੁਕਤਾ ਦੱਸ ਦਿੱਤਾ। ਚੌਥੇ ਨੂੰ ਕਹਿਣ ਲੱਗੇ ਤੇਰੀ ਕੀ ਸਲਾਹ ਹੈ, ਤੂੰ ਕੀ ਸੋਚਿਆ ਕਿ 3 ਮਹੀਨੇ ਬਾਅਦ ਮਰ ਜਾਣਾ, ਕੀ ਕਰਮ ਕਰਨਾ ਹੈ? ਕਹਿੰਦਾ ਮੈਂ ਕਿਸੇ ਹੋਰ ਡਾਕਟਰ ਕੋਲੋਂ ਚੈੱਕ ਕਰਾਵਾਂਗਾ, ਸ਼ਾਇਦ 6 ਮਹੀਨੇ ਰਹਿੰਦੇ ਹੋਣ, ਗਲਤੀ ਨਾਲ ਉਹਨੇ 3 ਮਹੀਨੇ ਕਹਿ ਦਿੱਤੇ ਹੋਣ। ਗੱਲ ਕੀ ਹੈ ਕਿ ਭਰਮ ਵਿੱਚ ਰਹਿਣਾ ਚਾਹੁੰਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਹਮ ਆਦਮੀ ਹਾ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ। ਇਸਲਾਮ ਦੇ ਵਿੱਚ ਨਾ ਇੱਕ ਸਿਧਾਂਤ ਹੈ ਕਿ ਤੁਸੀਂ ਭਵਿੱਖਤ ਗੱਲ ਨਹੀਂ ਕਹਿ ਸਕਦੇ। ਜਿਵੇਂ ਇਹ ਨਹੀਂ ਕਹਿ ਸਕਦੇ ਕਿ ਮੈਂ ਕੱਲ੍ਹ ਤੁਹਾਨੂੰ ਉੱਥੇ ਮਿਲਾਂਗਾ, ਉਹ ਕਹਿੰਦੇ ਭਵਿੱਖਤ ਗੱਲ ਕਹਿਣੀ ਪਰਮੇਸ਼ਰ ਦੇ ਹੁਕਮ ਦੀ ਨਰਾਦਰੀ ਹੈ, ਕਿਉਂਕਿ ਭਵਿੱਖ ਦੇ ਵਿੱਚ ਕੀ ਕਰਨਾ। ਗੁਰਬਾਣੀ 'ਚ ਵਾਕ ਆਉਂਦਾ ਨਾ, ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ, ਕਿ ਗੱਲ ਬਣਾਈ ਕਿ ਪੱਛਮ ਵਾਲੇ ਪਾਸੇ ਜਾਵਾਂਗੇ, ਬਿਧ ਐਸੀ ਬਣੀ ਕਿ ਪੂਰਬ ਵਾਲੇ ਪਾਸੇ ਜਾਣਾ ਪੈ ਗਿਆ। ਇਸ ਕਰਕੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਅਨਿਤ ਆਸਾ ਵਿਖਿਆ ਵਿਨੋਦ, ਜੀਵਨ ਦੇ ਅਗਲੇ ਪਲ ਵਿੱਚ ਕੀ ਵਾਪਰਨਾ, ਮ੍ਰਿਤੂ ਆਉਣੀ ਹੈ, ਸੰਕਟ ਆਉਣਾ, ਸੁੱਖ ਮਿਲਣਾ, ਆਨੰਦ ਬਣਨਾ, ਮਨੁੱਖ ਦੇ ਪਾਸ ਕੁਝ ਨਹੀਂ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਪਰ ਜੀਵਨ ਘਟਣ ਦੇ ਬਾਵਜੂਦ ਵੀ, ਜੀਵਨ ਖਤਮ ਹੋਣ ਦੇ ਬਾਵਜੂਦ ਵੀ, ਜਿਵੇਂ ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਵਿਖਿਆ ਵਿਨੋਦ ਤਾਂ ਵੀ ਵਿਸ਼ਿਆਂ ਵਿਕਾਰਾਂ ਦੇ ਵਿੱਚ, ਕੁਟੰਬ ਲੀਲਾ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਹੁਣ ਕੁਟੰਬ ਸ਼ਬਦ ਜਿਹੜਾ ਵਰਤਿਆ ਇਹਦਾ ਵੀ ਇੱਕ ਦ੍ਰਿਸ਼ ਹੈ। ਕਦੇ ਆਪ ਜੀ ਨੇ ਮੱਖੀਆਂ ਦਾ ਛੱਤਾ ਦੇਖਣਾ, ਪਹਿਲਾਂ ਮੱਖੀਆਂ ਮਹੀਨਾ 1.5 ਮਹੀਨਾ ਛੱਤਾ ਬਣਾਉਣ 'ਤੇ ਲਗਾਉਂਦੀਆਂ ਨੇ, ਫਿਰ ਉਸ ਤੋਂ ਬਾਅਦ ਕਈ ਮਹੀਨੇ ਲਾ ਕੇ ਛੱਤੇ ਦੇ ਵਿੱਚ ਸ਼ਹਿਦ ਭਰਦੀਆਂ ਨੇ। ਯਤਨ ਸਾਰਾ ਇੰਨਾ ਕੀਤਾ ਹੈ, ਕੇਵਲ ਇੱਕ ਮਖਿਆਲ ਆਉਂਦਾ, ਥੋੜ੍ਹਾ ਜਿਹਾ ਧੂੰਆਂ ਲਗਾਉਂਦਾ, ਮੱਛੀਆਂ ਉਡਾਉਂਦਾ ਅਤੇ ਛੱਤਾ ਚੋ ਕੇ ਸ਼ਹਿਦ ਲੈ ਕੇ ਚਲਾ ਜਾਂਦਾ। ਅਤੇ ਗੁਰੂ ਸਾਹਿਬ ਜੀ ਕਹਿੰਦੇ ਕੁਟੰਬ ਪਹਿਲਾਂ ਘਰ ਪਰਿਵਾਰ ਸਿਰਜਿਤ ਕੀਤਾ, ਫਿਰ ਸਾਰੀ ਜ਼ਿੰਦਗੀ ਗਰਜਾਂ ਪੂਰੀਆਂ ਕੀਤੀਆਂ, ਧਨ ਸੰਪੱਤੀ ਆਦਿਕ ਦਾ, ਇੱਕ ਕਾਲ ਦੀ ਮਾਰ ਪਈ ਸਾਰੇ ਖੇਡ ਨੂੰ ਖਤਮ ਕਰਕੇ ਨਾਲ ਲੈ ਗਈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਪਰਮੰਤ ਪਰਮੰਤ ਬਹੁ ਜਨਮ ਹਾਰਿਓ ਸਰਣ ਨਾਨਕ ਕਰੁਣਾਮਯ। ਤਾਂ ਗੁਰੂ ਸਾਹਿਬ ਜੀ ਕਹਿੰਦੇ ਪਰਮੰਤ ਇਸ ਭਰਮ ਦੇ ਕਰਕੇ ਕਿ ਜੀਵਨ ਸਦੀਵੀ ਬਣਿਆ ਰਹੇਗਾ, ਇਸ ਭਰਮ ਕਰਕੇ ਕੁਟੰਬ ਮੇਰੇ ਨਾਲ ਕੰਮ ਆ ਜਾਏਗਾ, ਇਸ ਭਰਮ ਕਰਕੇ ਕਿ ਵਿਸ਼ੇ ਵਿਕਾਰ ਜੀਵਨ ਦਾ ਪਰਮ ਸੁੱਖ ਹਨ। ਗੁਰੂ ਸਾਹਿਬ ਜੀ ਕਹਿੰਦੇ ਬਹੁ ਜਨਮ ਹਾਰਿਓ, ਬੜੇ ਜਨਮ ਇਸ ਤਰ੍ਹਾਂ ਦੀ ਭਟਕਣਾ ਦੇ ਵਿੱਚ ਵਿਸ਼ਿਆਂ ਦੇ ਅਧੀਨ ਹੋ ਕੇ ਲੰਘ ਗਏ ਨੇ। ਗੁਰੂ ਸਾਹਿਬ ਜੀ ਕਹਿੰਦੇ ਸਰਣ ਨਾਨਕ ਕਰੁਣਾਮਯ, ਹੇ ਸਤਿਗੁਰੂ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਸ੍ਰੀ ਜੀਓ, ਅਸੀਂ ਆਪ ਜੀ ਦੀ ਸ਼ਰਨ ਹਾਂ ਕਿ ਇਸ ਕੁਟੰਬ ਦਾ ਬਣਿਆ ਹੋਇਆ ਮਨੋਹ, ਪਦਾਰਥਾਂ ਦੀ ਬਣੀ ਹੋਈ ਖਿੱਚ, ਵਿਸ਼ਿਆਂ ਦੀ ਬਣੀ ਹੋਈ ਜਕੜ ਸਾਡੇ ਮਨ ਤੋਂ, ਸਾਡੇ ਜੀਵਨ ਤੋਂ ਉਤਰ ਜਾਵੇ ਅਤੇ ਸਾਨੂੰ ਜੀਵਨ ਦਾ ਸਤ ਕਰਮ ਯਾਦ ਆਵੇ ਅਤੇ ਜੀਵਨ ਦੀ ਘਟਦੀ ਹੋਈ ਔਧ ਨੂੰ ਭਗਤ ਕਬੀਰ ਸਾਹਿਬ ਜੀ ਬਾਣੀ 'ਚ ਫਰਮਾਉਂਦੇ ਨੇ, ਮੋਹੇ ਐਸੇ ਬਨਿ ਸਿਉ ਨਹੀਨ ਕਾਜ, ਜਿਹ ਘਟ ਮੂਲ ਨਿਤ ਬੜੈ ਬਿਆਜ। ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਆਪਣੇ ਸਵਾਸਾਂ ਨਾਲ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਕਿ ਜਿਹਦੇ ਨਾਲ ਮੇਰੇ ਸਵਾਸ ਘਟਣ ਅਤੇ ਮੇਰੇ ਉੱਪਰ ਜਮਾਂ ਦੀ ਮਾਰ ਦਾ ਖਤਰਾ ਵਧੇ, ਭਾਵ ਕਿ ਨਿੰਦਿਆ ਜਾਂ ਵਾਧੂ ਦੀ ਵਿਅਰਥ ਬੋਲਾ ਬੋਲੀ ਕਰਕੇ ਨਹੀਂ, ਇਹਦੇ ਨਾਲ ਸਿਫਤ ਸਲਾਹ ਦਾ ਹੀ ਕਰਮ ਕਰਨਾ ਚਾਹੁੰਦਾ ਹਾਂ। ਸੋ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਨ। ਗੁਰੂ ਕਿਰਪਾ ਸਦਕਾ 3 ਸ਼ਲੋਕਾਂ ਦੀ ਆਪ ਜੀ ਦੇ ਨਾਲ ਵਿਚਾਰ ਦੀ ਸਾਂਝ ਹੋਈ ਹੈ। ਪਹਿਲੇ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕਿ ਅਕਾਲ ਪੁਰਖ ਦੀ ਕਿਰਪਾ ਨੂੰ ਮੰਨਣਾ ਹੈ ਅਤੇ ਸਾਧ ਸੰਗਤ ਨੂੰ ਪੱਕੀ ਤਰੀਕੇ ਨਾਲ ਸਾਧ ਸੰਗਤ ਦੇ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਓ। ਦੂਜਾ ਜੇ ਹਿਰਦੇ ਅੰਦਰ ਕਪਟ ਵੈਰ ਹੈ ਅਤੇ ਬਾਹਰੀ ਤੌਰ 'ਤੇ ਮਿੱਠੀ ਬੋਲੀ ਸੁੰਦਰ ਸੂਰਤ ਧਾਰਨ ਕੀਤੀ ਹੈ
ਦੁਨੀਆ ਦੇ ਨਾਲ ਤਾਂ ਕਪਟ ਕੀਤਾ ਜਾਵੇਗਾ, ਪਰ ਪਰਮੇਸ਼ਰ ਦੀ ਨਜ਼ਰ ਵਿੱਚ ਇੱਕੋ ਸਮੇਂ ਦੋਹਰਾ ਪਾਪ ਗਿਣਿਆ ਜਾਏਗਾ। ਤਾਂ ਗੁਰੂ ਸਾਹਿਬ ਜੀ ਤੀਜੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ, ਜੀਵਨ ਸਮਾਪਤ ਹੋਣ ਵਾਲਾ ਸਿਲਸਿਲਾ ਹੈ, ਪਰ ਇਹਦੇ ਸਮਾਪਤ ਹੋਣ ਤੋਂ ਪਹਿਲਾਂ ਆਪਣੀ ਬੰਦਗੀ ਦਾ ਕੋਈ ਸ਼ੁਭ ਕਰਮ ਅਖਤਿਆਰ ਕਰ ਲਿਆ ਜਾਵੇ, ਆਪਣੇ ਸੱਤ ਕਰਮ ਦੇ ਵੱਲ ਕੋਈ ਕਦਮ ਆਰੰਭ ਕਰ ਲਏ ਜਾਣ, ਤਾਂ ਮਨੁੱਖਾਂ ਦੀ ਜੀਵਨ ਦੀ ਸਫਲਤਾ। ਗੁਰਬਾਣੀ 'ਚ ਵਾਕ ਨੇ, ਥਾਕੇ ਨੈਣ ਸ਼ਰਵਨ ਸੁਨ ਥਾਕੇ, ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਭ ਮਤ ਥਾਕੀ, ਏਕ ਨਾ ਥਾਕ ਸਮਾਇਆ ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ। ਮੈਨੂੰ ਕਿਸੇ ਦਫਾ ਕੋਈ ਬਜ਼ੁਰਗ ਮਿਲਿਆ ਤਾਂ ਮੈਨੂੰ ਕਹਿਣ ਲੱਗਾ ਕਿ ਜੀ ਮੈਨੂੰ ਚੰਗੇ ਵੇਲੇ ਸਤ ਸੰਗਤ ਮਿਲ ਗਈ। ਕਹਿੰਦਾ ਕਿ ਮੈਂ ਜਵਾਨੀ ਵਿੱਚ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਸੀ, ਬਾਣੀ ਦੇ ਨਾਲ ਪਿਆਰ ਪੈ ਗਿਆ। ਮੈਂ ਦੇਖਿਆ ਕਿ ਉਦੋਂ ਬਾਣੀ ਪੜ੍ਹਦਾ ਸਾਂ ਤਾਂ ਜਿਹੜਾ ਬਾਣੀ ਦਾ ਅੱਖਰ ਬੁਲਾਉਣਾ ਹੁੰਦਾ ਸੀ ਜ਼ੁਬਾਨ 'ਚੋਂ ਉਹੀ ਨਿਕਲਦਾ ਸੀ। ਹੁਣ ਕਹਿੰਦਾ ਬਜ਼ੁਰਗ ਹੋ ਗਿਆ ਵਾਂ, ਅੱਖਰ ਕੋਈ ਬੁਲਾਉਣਾ ਚਾਹੁੰਦਾ, ਜ਼ੁਬਾਨ ਸਾਥ ਨਹੀਂ ਦਿੰਦੀ ਅਤੇ ਨਿਕਲਦਾ ਕੁਝ ਨਹੀਂ ਮੂੰਹ 'ਚੋਂ। ਭਾਵ ਕਿ ਗੁਰਬਾਣੀ ਦਾ ਕਹਿੰਦਾ ਇੱਕ ਸਿਹਾਰੀ ਹਾਹੇ ਨੂੰ ਸਿਹਾਰੀ ਬੁਲਾਉਣੀ ਹੁੰਦੀ ਹੈ, ਪਤਾ ਨਹੀਂ ਕਿੰਨੇ ਨਿਕਲ ਜਾਂਦੇ ਨੇ, ਕਿਉਂਕਿ ਜ਼ੁਬਾਨ ਕੰਬਦੀ ਹੈ। ਇਸ ਕਰਕੇ ਕਹਿੰਦਾ ਠੀਕ ਹੀ ਗੱਲ ਕਹੀ ਗਈ ਹੈ ਕਿ ਜਦੋਂ ਸਰੀਰ ਦੇ ਵਿੱਚ ਬਲ ਹੈ ਉਦੋਂ ਸਾਧਨਾ ਕਰ ਲੈਣੀ ਚਾਹੀਦੀ ਹੈ, ਅਤੇ ਨਹੀਂ ਤਾਂ ਮੁੜ ਕੇ ਕੀਤੀ ਦਾ ਅਰਥ ਕੋਈ ਨਹੀਂ ਬਣਦਾ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਨ, ਪਾਵਨ ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਲੜੀਵਾਰ ਬਾਣੀ ਦੀ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।